मन इच्छा श्लोक मन इच्छा दान करणं सर्वत्र आशा पूर्ण खंडनं काल कलेश प्रभ सिमर नानक नह दूरण है मन इच्छा दान करणं। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुग अटल शब्दा अवतार दसां बादशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दे पावन पवित्र हजूरी दे विच जुड़ मिल बैठी गुरु रूप गुरु खालसा सत संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परमगत मेरी जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार रसना की पवित्रता लई गज के कह दो सतनाम श्री वाहिगुरु जी। सतनाम श्री वाहिगुरु साहिब जी। श्लोक ये जैत श्री की वार महला पंजवा। सो पंजवें पातशाह धन सतगुरु अर्जन देव साहब जी महाराज जी की उचारण की हुई वार है। जैत श्री वार महला पंजवा श्लोकां नाल ये जो वार है जैत श्री महला पंजवा वार श्लोकां नाल श्लोकां दे नाल है। वार नाम है पौड़ियां दा पर पौड़ियां नाल श्लोक भी हैं। महला अखर लिखिया तो नहीं मिलता है पर महला विच है। जद श्री संपट पाठ करीदा है तो श्लोक का संपट वखरा लाईदा। दो पंक्तियां का श्लोक है जिथे एक अंक लगा हुंदा है। उस तो बाद दो पंक्तियां का महला है उत्थे दूआ अंक लगा है। एक ते दो का भाव यही है कि दो शब्द हैं, एक श्लोक है एक महला है। महला लिखिया नहीं पर है। उस तो बाद पौड़ी है। श्लोक अते महले दे विच समझ लो कि सिद्धांत पेश किया गया है। ते जिहड़ी पौड़ी है श्लोक अते महले दी समझ लो कि व्याख्या है। इंज पंजवें पातशाह शहीदां दे सरताज शांति दे सोमे गुरबाणी दे रचनहार धन धन सतगुरु श्री गुरु अर्जन देव साहब जी महाराज यह पवित्र पावन स्वै लोक की स्वरूप लोक की प्राप्ति कराने वाला श्लोक उच्चारण कर रहे हैं। मन इच्छा दान करणं। तेरे मन की इच्छा चितवनी अनुसार परमेश्वर तेनों दान देना करता है।
ਮਤਲਬ ਜੋ ਵੀ ਤੇਰੇ ਮਨ ਦੀ ਇੱਛਾ ਹੁੰਦੀ ਹੈ, ਜੋ ਵੀ ਤੂੰ ਚਾਹੁੰਦਾ ਹੈ। ਬਚਪਨ ਦੇ ਵਿੱਚ ਹਾਸੇ ਦੀ ਗੱਲ ਹੈ, ਸਾਨੂੰ ਖਿਡੌਣੇ ਚਾਹੀਦੇ ਸੀ, ਖਾਣ ਪੀਣ ਤਰ੍ਹਾਂ ਤਰ੍ਹਾਂ ਦੇ ਭੋਜਨ ਚਾਹੀਦੇ ਸੀ। ਉਹ ਮਹਾਰਾਜ ਨੇ ਬਚਪਨ ਦੀਆਂ ਲੋੜਾਂ ਕੁਛ ਹੋਰ ਹੁੰਦੀਆਂ ਨੇ, ਸਮੇਂ ਅਨੁਸਾਰ ਉਹ ਸਾਡੀਆਂ ਪੂਰੀਆਂ ਕੀਤੀਆਂ। ਫਿਰ ਜਵਾਨੀ ਆਈ, ਜਵਾਨੀ ਦੇ ਵਿੱਚ ਲੋੜਾਂ ਕੁਛ ਚੇਂਜ ਹੋ ਗਈਆਂ, ਉਹ ਵੀ ਮਹਾਰਾਜ ਨੇ ਪੂਰੀਆਂ ਕੀਤੀਆਂ। ਹੁਣ ਪ੍ਰੌਢ ਅਵਸਥਾ ਚੱਲ ਰਹੀ ਹੈ, ਨਾ ਜਵਾਨੀ ਨਾ ਬੁਢੇਪਾ। ਹੁਣ ਲੋੜਾਂ ਕੁਛ ਅਲੱਗ ਕਿਸਮ ਦੀਆਂ ਬਣ ਗਈਆਂ, ਉਹ ਵੀ ਮਹਾਰਾਜ ਨੇ ਪੂਰੀਆਂ ਕੀਤੀਆਂ ਅਤੇ ਪੂਰੀਆਂ ਕਰ ਰਿਹਾ ਹੈ। ਜਿਵੇਂ ਜਿਵੇਂ ਬੁਢੇਪੇ ਦੀਆਂ ਲੋੜਾਂ ਕੁਛ ਅਲੱਗ ਹੁੰਦੀਆਂ। ਇਹ ਜੀਵ ਤੇਰੇ ਮਨ ਦੀ ਇੱਛਾ ਚਿਤਵੰਦੀ ਅਨੁਸਾਰ ਜੋ ਤੈਨੂੰ ਚਾਹੀਦਾ ਲੋੜ ਮੁਤਾਬਕ ਪਰਮੇਸ਼ਰ ਤੈਨੂੰ ਦਾਨ ਦੇਣਾ ਕਰਦਾ ਹੈ। ਇਸੇ ਪ੍ਰਕਾਰ ਮਾਨੀ ਇੱਛਾ ਦਾਨ ਕਰਨੰ, ਦਾਨ ਦੇਣ ਯੋਗ ਬਣਨਾ ਕਰਦਾ ਹੈ। ਮਤਲਬ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਤੂੰ ਦਾਨ ਦੇਣ ਵਾਲਾ ਬਣਦਾ ਹੈ। ਸਰਬਤਰ ਆਸਾ ਪੂਰਨ ਹੈ। ਹਰ ਤੇਰੀਆਂ ਸਾਰੀਆਂ ਆਸਾਂ ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਹੀ ਹੈ ਜੋ ਪੂਰੀਆਂ ਕਰਦਾ ਹੈ। ਕਿਸੇ ਕੋਲ ਇੱਕ ਦਿਨ ਮੰਗਾਂਗੇ, 2 ਦਿਨ ਮੰਗਾਂਗੇ, ਤੀਸਰੇ ਦਿਨ ਅਗਲਾ ਜਵਾਬ ਦੇ ਦੇਗਾ ਕਿ ਰੋਜ਼ ਦਾ ਮੈਂ ਕੋਈ ਤੇਰਾ ਠੇਕਾ ਥੋੜ੍ਹੋ ਲਿਆ ਹੈ, ਤੂੰ ਹੁਣ ਆਪਣਾ ਕਰ ਤੇ ਆਪਣਾ ਖਾ। ਇੱਥੋਂ ਤੱਕ ਕਿ ਸਕੇ ਮਾਂ ਪਿਓ ਵੀ ਚਾਅ ਮਲ੍ਹਾਰਾਂ ਦੇ ਨਾਲ ਪੁੱਤ ਵਿਆਹੁੰਦੇ, ਨੂੰਹ ਲਿਆਉਂਦੇ, ਬਾਅਦ ਵਿੱਚ ਹੋਰ ਹੀ ਬਣ ਜਾਂਦੇ। ਫਿਰ ਕਹਿੰਦੇ ਭਾਈ ਤੂੰ ਆਪਣਾ ਹੁਣ ਪੜ੍ਹਿਆ ਵਿਚਾਰ, ਸਾਰੀ ਉਮਰ ਅਸੀਂ ਥੋੜ੍ਹੋ ਹੁਣ ਕਰੀ ਜਾਣਾ। ਇੱਕੋ ਇੱਕ ਵਾਹਿਗੁਰੂ ਹੈ ਜੋ ਤੇਰੀਆਂ ਸਾਰੀਆਂ ਆਸਾਂ ਪੂਰੀਆਂ ਕਰਦਾ ਹੈ। ਇਸ ਲਈ ਤੈਨੂੰ ਚਾਹੀਦਾ ਹੈ ਕਿ ਖਾਣ ਪੀਣ ਪਹਿਰਨ ਭੋਗਣ ਦਾ ਰੱਬ ਦੁਸ਼ਮਣਾਂ ਨੂੰ ਵੀ ਦੇ ਰਿਹਾ। ਜਿਹੜੇ ਉਸ ਦਾ ਸਿਮਰਨ ਨਹੀਂ ਕਰਦੇ, ਉਸ ਦਾ ਭਜਨ ਨਹੀਂ ਕਰਦੇ, ਅਤੇ ਜੇ ਤੂੰ ਇਹਦੇ 'ਚ ਹੀ ਮਸਤ ਰਹਿ ਗਿਆ, ਪਰਮਾਤਮਾ ਨੂੰ ਭੁਲਾ ਦਿੱਤਾ, ਤਾਂ ਦੱਸ ਤੇਰਾ ਕਿੱਥੇ ਭਲਾ ਹੋਏਗਾ। ਇਸ ਲਈ ਪਰਮਾਤਮਾ ਵਾਹਿਗੁਰੂ ਦੀ ਆਸਾ ਕਰ। ਕਬੀਰ ਆਸਾ ਕਰੀਐ ਨਾਮ ਕੀ, ਅਵਰੈ ਆਸ ਨਿਰਾਸ, ਨਰਕ ਪਰੇ ਤੇ ਮਨ ਨਹੀਂ, ਜੋ ਹਰ ਨਾਮ ਉਦਾਸ। ਰਾਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਆਸਾ ਕਰ। ਉਹ ਮਨੁੱਖ ਨਰਕਾਂ ਦੇ ਵਿੱਚ ਪੈਂਦੇ ਨੇ ਜੋ ਵਾਹਿਗੁਰੂ ਹਰੀ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਉਦਾਸ ਰਹਿੰਦੇ ਨੇ। ਅਸੀਂ ਮਾਇਆ ਵੱਲ ਤਾਂ ਐਕਟਿਵ ਹਾਂ, ਜਿਉਂ ਸਵੇਰ ਤੋਂ ਸ਼ਾਮ ਤੱਕ ਸਾਡੀ ਅੱਡੀ ਪੁੰਜੇ ਨਹੀਂ ਲੱਗਦੀ, ਕਿਧਰੋਂ ਆ ਗਏ, ਕਿਧਰੇ ਚਲੇ ਗਏ, ਕਿਤੇ ਬੈਂਕ ਦੇ ਵਿੱਚ ਜਮ੍ਹਾਂ ਕਰਾਤੇ, ਕਦੀ ਕਿਸੇ ਕੋਲੋਂ ਲੈ ਲਏ, ਲੈਣ ਦੇਣ ਕਾਰੋਬਾਰ ਦੇ ਵਿੱਚ ਇੰਨੇ ਰੁੱਝੇ ਰਹਿੰਦੇ ਹਾਂ। ਐਨ ਸਾਵਧਾਨੀ ਦੇ ਨਾਲ ਪੂਰੇ ਕੰਪਿਊਟਰਮੈਨ ਬਣ ਕੇ, ਅਕਾਊਂਟੈਂਟ ਰੱਖ ਕੇ ਵੀ ਹਿਸਾਬ ਕਿਤਾਬ ਰੱਖਦੇ ਹਾਂ, ਕਿਤੇ ਮਾੜਾ ਮੋਟਾ ਘਾਟਾ ਨਹੀਂ ਪੈਣ ਦਿੰਦੇ। ਪਰ ਜਦ ਭਜਨ ਦਾ ਵੇਲਾ ਆਉਂਦਾ ਹੈ, ਕਹਿੰਦੇ ਸਾਰੋ ਦਿਨਸ ਮਜ਼ਦੂਰੀ ਕਰੈ, ਸਾਰੀ ਦਿਹਾੜੀ ਮਜ਼ਦੂਰੀ ਕਰਦਾ ਹੈ, ਆਪਣੇ ਪੇਟ ਦੀ ਖਾਤਰ ਰੋਜੀ ਰੋਟੀ ਦਾ ਜੁਗਾੜ ਕਰਦਾ ਹੈ। ਪਰ ਜਦ ਸੋਦਰ ਸ੍ਰੀ ਰਹਿਰਾਸ ਸਾਹਿਬ ਦਾ ਵੇਲਾ ਆਉਂਦਾ ਹੈ, ਤਾਂ ਇੰਨਾ ਸਰੀਰ
ਥਕਾਵਟ ਮਹਿਸੂਸ ਕਰਦਾ, ਸਿਰ ਇੰਨਾ ਫਟਣ ਲੱਗ ਪੈਂਦਾ ਜਿਵੇਂ ਕਿਸੇ ਨੇ ਪੱਥਰ ਮਾਰ ਦਿੱਤਾ ਹੋਵੇ। ਵਜਰ ਨਾਮ ਹੈ ਪੱਥਰ ਦਾ। ਇੰਦਰ ਦਾ ਇੱਕ ਸ਼ਸਤਰ ਹੈ ਜਿਹੜਾ ਵਜਰ ਪੱਥਰ ਦੀ ਤਰ੍ਹਾਂ ਹੈ। ਪਾਤਸ਼ਾਹ ਕਹਿੰਦੇ ਨੇ ਸਾਰੋ ਦਿਨ ਸੇ ਮਜ਼ਦੂਰੀ ਕਰ, ਸਾਰੀ ਦਿਹਾੜੀ ਮਜ਼ਦੂਰੀ ਕਰਦਾ ਹੈ, ਪਰ ਹਰ ਸਿਮਰਨ ਕੀ ਵੇਲਾ ਵਜਰ ਸਿਰ ਪਰ। ਹਰੀ ਦੇ ਭਜਨ ਦਾ ਜਦ ਵੇਲਾ ਆਉਂਦਾ ਹੈ ਤਾਂ ਵਜਰ ਸ਼ਸਤਰ ਇੰਦਰ ਦਾ ਸਿਰ ਦੇ ਉੱਪਰ ਜਿਵੇਂ ਪੈ ਗਿਆ ਹੋਵੇ, ਇੰਨਾ ਦੁੱਖ ਮੰਨਦਾ ਹੈ। 10-15 ਮਿੰਟ 'ਚ ਪਾਠ ਹੋ ਜਾਂਦਾ, ਉਹੀ ਕਰਨਾ ਔਖਾ ਬਣ ਜਾਂਦਾ। ਤੇ ਇਸ ਵਾਸਤੇ ਸਾਰੀਆਂ ਇੱਛਾ ਜੋ ਵਾਹਿਗੁਰੂ ਪੂਰੀਆਂ ਕਰਨ ਵਾਲਾ, ਸਾਰੀਆਂ ਆਸਾਂ ਨੂੰ ਪੂਰੀਆਂ ਕਰਨ ਵਾਲਾ ਹੈ, ਉਹਦੇ ਨਾਮ ਦੇ ਵਿੱਚ ਚਿੱਤ ਨਹੀਂ ਲਾਉਂਦਾ। ਨਾਨਕ ਆਸਾਂ ਪੂਰੀਆਂ ਸੱਚੇ ਸਿਉ ਚਿਤ ਲਾਏ। ਇਸੇ ਪ੍ਰਕਾਰ ਮਾਨੀ ਇੱਛਾ ਦਾਨ ਕਰਨੰ, ਇਸ ਪਰਮੇਸ਼ਰ ਨੇ ਕਿਰਪਾ ਕਰਕੇ ਤੈਨੂੰ ਹੋਰਨਾਂ ਦੇ ਮਨ ਦੀ ਇੱਛਾ ਦਾਨ ਕਰਨ ਵਾਲਾ ਦਾਨੀ ਬਣਾ ਦਿੱਤਾ ਹੈ। ਸਰਬਤਰ ਆਸਾ ਪੂਰਨ ਹੈ। ਹਰ ਹੋਰਨਾਂ ਦੀਆਂ ਆਸਾਂ ਪੂਰੀਆਂ ਕਰਨ ਲਈ ਪਰਮੇਸ਼ਰ ਨੇ ਤੈਨੂੰ ਪਦਾਰਥ ਦਿੱਤੇ ਹਨ। ਇਸੇ ਪ੍ਰਕਾਰ ਮਾਨੀ ਇੱਛਾ ਦਾਨ ਕਰਨੰ, ਇਹ ਜੀਵ ਜੇ ਤੇਰੇ ਮਨ ਦੇ ਵਿੱਚ ਗੁਰਾਂ ਦੇ ਪਾਸੋਂ ਬ੍ਰਹਮ ਗਿਆਨ ਰੂਪ ਦਾਨ ਪ੍ਰਾਪਤ ਕਰਨ ਦੀ ਇੱਛਾ ਹੈ ਤਾਂ ਤੂੰ ਸਰਬਤਰ ਆਸਾ ਪੂਰਨ ਹੈ। ਪਰਮੇਸ਼ਰ ਸਰੂਪ ਸਤਿਗੁਰੂ ਜੀ ਤੇਰੀਆਂ ਆਸਾਂ ਪੂਰੀਆਂ ਕਰ ਦੇਣਗੇ। ਤੂੰ ਸਤਿਗੁਰੂ ਜੀ ਦੇ ਚਰਨੀ ਲੱਗਣਾ ਕਰ। ਮਨ ਵਿਛੜਿਆ ਹਰ ਮਿਲੀਐ, ਨਾਨਕ ਇਹੋ ਸੁਆਓ। ਜੋ ਵਿਛੜੇ ਹੋਏ ਮਨ ਨੂੰ ਪ੍ਰਭੂ ਦੇ ਨਾਲ ਮੇਲ ਦਿੰਦੇ ਨੇ। ਮਹਲਾ ਪੰਜਵਾ। ਜੈਸਾ ਸਤਿਗੁਰ ਸੁਣੀਂਦਾ, ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨ ਮਿਲਾਇਆ, ਜਿਨ ਤੁਰੇ ਪਿਆ ਸੰਜੋਗ। ਉਸ ਵਾਹਿਗੁਰੂ ਦੇ ਚਰਨੀ ਲੱਗਣਾ ਕਰ। ਖੰਡਣੰ ਕਲ ਕਲੇਸ਼ ਹੈ। ਤੇਰੀਆਂ ਕਲਪਨਾ ਤੇ 5 ਪ੍ਰਕਾਰ ਦੇ ਅਵਿਦਿਆ, ਅਸੰਤ, ਅਭਿਨਵੇਸ਼, ਰਾਗ, ਦਵੈਖ, ਇਹ 5 ਕਲੇਸ਼ਾਂ ਦਾ ਵੀ ਨਾਸ਼ ਕਰਨ ਵਾਲਾ ਵਾਹਿਗੁਰੂ। ਪਾਤਸ਼ਾਹ ਜੀ ਦਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਬਚਨ ਹੈ ਕਿ ਮਹਾਰਾਜ ਕਹਿੰਦੇ ਨੇ ਸਿਮਰੋ ਸਿਮਰ, ਸਿਮਰ ਸੁਖ ਪਾਵੋ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਉਸ ਵਾਹਿਗੁਰੂ ਜੀ ਦਾ ਸਿਮਰਨ ਕਰੋ ਭਾਈ। ਕਲ ਕਲੇਸ਼ ਤਨ ਮਾਹੀ ਮਿਟਾਵੋ। ਜੇ ਤੁਸੀਂ ਮਨ ਬਾਣੀ ਸਰੀਰ ਕਰਕੇ ਉਸ ਵਾਹਿਗੁਰੂ ਦਾ ਸਿਮਰਨ ਕਰੋਗੇ, ਭਜਨ ਕਰੋਗੇ, ਤਾਂ ਕਲਯੁਗ ਦੇ ਕਲੇ ਕਲੇਸ਼ ਜੋ ਸਰੀਰ ਨੂੰ ਚੰਬੜੇ ਰਹਿੰਦੇ ਨੇ, ਇਹ ਤੁਸੀਂ ਮੇਟ ਦੇਵੋਗੇ। ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ। ਗੁਰੂ ਜੀ ਕਥਨ ਕਰਦੇ ਨੇ, ਇਸ ਲਈ ਹੈ ਜੀ ਉਸ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰ ਜੋ ਤੇਰੇ ਤੋਂ ਦੂਰ ਨਹੀਂ ਹੈ। ਦੂਰ ਨਾਹੀ ਮੇਰੋ ਪ੍ਰਭ ਪਿਆਰਾ। ਉਹ ਮੇਰਾ ਪ੍ਰਭੂ ਪਿਆਰਾ ਪਰਮੇਸ਼ਰ ਦੂਰ ਨਹੀਂ ਹੈ। ਨਿਰ ਨਾਹੀ ਦੂਰ, ਨਿਜ ਆਤਮਾ ਰਹਿਆ ਭਰਪੂਰ। ਭਾਵ ਹਰ ਵਕਤ
गुर मेरा संग सदा है नाले, सिमर सिमरते सदा संभाले। ओ वाहिगुरु हमेशा ही मेरे नाल है, जल नहीं डूबे तस्कर नहीं लेवै, पाहे ना साकै जाले, गुर का बचन बसै जी नाले। तो यह लोके सुख पाया, नहीं भेटत धर्म राया। जे तू वाहिगुरु का सिमरन करेंगा, ਉਹਨੂੰ अंग संग जानेगा, ਜਿਹੜਾ सदा अंग संगे भंगन विभूते। ਤਾਂ ਤੇਰੇ ਜਿਹੜੇ ਕਲ ਕਲੇਸ਼ ਹਨ, ਮਨ ਨੂੰ ਹਮੇਸ਼ਾ ਹੀ ਦੁਖੀ ਕਰਨ ਵਾਲੇ, ਮਨ 'ਚ ਕਲੇਸ਼ ਪਿਆ ਰਹਿੰਦਾ, ਉਹ ਤੇਰੇ ਖੰਡਨ ਹੋ ਜਾਣਗੇ। ਸੰਸਕ੍ਰਿਤੀ ਸ਼ਲੋਕਾਂ ਦੇ ਵਿੱਚ ਸਾਹਿਬਾਂ ਦਾ ਬਚਨ ਹੈ, ਘੋਰ ਦੁਖੀਆਂ ਨਨਕ ਹਤੀਆਂ, ਜਨਮ ਦਰਿਦਰੰਮਾ ਵਿਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ ਭਸਮੰ ਕਰੋਤ। ਜਿਵੇਂ ਵੱਡਾ ਸਾਰਾ ਲੱਕੜਾਂ ਦਾ ਢੇਰ ਹੁੰਦਾ ਹੈ, ਅੱਗ ਉਨੀ ਨਹੀਂ ਚਾਹੀਦੀ, ਅੱਗ ਦੀ ਇੱਕ ਚੰਗਿਆੜੀ ਹੀ ਬਹੁਤ ਹੈ। ਉਹ ਵੱਡਾ ਸਾਰਾ ਲੱਕੜਾਂ ਦਾ ਢੇਰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਹ ਜੇ ਤੁਸੀਂ ਪ੍ਰਭੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਦਾ ਸਿਮਰਨ ਕਰੋਗੇ, ਤਾਂ ਕਲਯੁਗ ਦੇ ਕਲੇ ਕਲੇਸ਼ ਨਾਸ਼ ਹੋ ਜਾਣਗੇ। ਹਬ ਰੰਗ ਮਾਣ ਹੈ ਜਿਸ ਸੰਗ, ਪਰਮੇਸ਼ਰ ਦੀ ਚੇਤਨ ਸੱਤਾ ਰੂਪ ਜੋ ਜੋਤ ਹੈ, ਇਹ ਨਾਲ ਹੋਣ ਕਰਕੇ ਤੂੰ ਸਾਰੇ ਰੰਗਾਂ ਨੂੰ ਆਨੰਦਾਂ ਨੂੰ ਮਾਣਦਾ ਹੈ। ਜਿੰਨਾ ਚਿਰ ਇਹ ਸਰੀਰ ਦੇ ਵਿੱਚ ਵਾਹਿਗੁਰੂ ਜੀ ਦੀ ਜੋਤ ਵਸਦੀ ਹੈ, ਇਨਸਾਨ ਹੱਸਦਾ ਹੈ, ਖੇਡਦਾ ਹੈ, ਵੇਖਦਾ ਹੈ, ਸੁਣਦਾ ਹੈ, ਚੱਲਦਾ ਹੈ, ਭੋਗਦਾ ਹੈ। ਬਹੁਤ ਸੋਹਣਾ ਸਰੀਰ ਚੱਲਦਾ ਫਿਰਦਾ ਰਹਿੰਦਾ। ਜਿਉਂ ਹੀ ਜੋਤ ਨਿਕਲ ਜਾਂਦੀ ਹੈ ਤਾਂ ਪਾਤਸ਼ਾਹ ਦਾ ਬਚਨ ਹੈ, ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਬਖਿਆਨਾ। ਹੇ ਮੇਰੇ ਸੁਆਮੀ, ਹੇ ਮੇਰੇ ਮਾਲਕ, ਜਦ ਤੂੰ ਆਪਣੀ ਜੋਤ ਨੂੰ ਖਿੱਚ ਲੈਂਦਾ ਹੈ ਤਾਂ ਕੋਈ ਕੁਝ ਕਰਕੇ ਦਿਖਾਏ ਸਹੀ ਭਲਾ। ਕੁਛ ਕਰ ਸਕਦਾ ਕੋਈ? ਕੁਝ ਵੀ ਨਹੀਂ ਕਰ ਸਕਦਾ। ਤੋ ਇਹ ਵਾਹਿਗੁਰੂ ਦੀ ਜੋਤ ਦੇ ਕੌਤਕ ਹਨ। ਬੰਦਾ ਨੱਚ ਰਿਹਾ ਹੈ, ਗਾ ਰਿਹਾ ਹੈ, ਹੱਸ ਰਿਹਾ ਹੈ, ਖੇਡ ਰਿਹਾ ਹੈ, ਬੋਲ ਰਿਹਾ। ਆਪਾਂ ਕਿਸੇ ਨੂੰ ਟਿਕਣ ਨਹੀਂ ਦਿੰਦੇ ਵੀ ਮੈਂ ਦੂਸਰਾ ਕੌਣ? ਮੈਂ ਹੀ ਮੈਂ ਹਾਂ। ਇਹ ਜੋਤ ਦੇ ਕੌਤਕ ਹਨ। ਜਿੰਨਾ ਚਿਰ ਜੋਤ ਹੈ ਉਨਾ ਚਿਰ ਮੈਂ ਕਰਦਾ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖਟਿਆ, ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੇ, ਹਉ ਵਿੱਚ ਭਰੀਐ, ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉਮੈ ਕਰ ਕਰ ਜਾਂਦੇ ਉਪਾਇਆ। ਇਹ ਹਉਮੈ ਨੇ ਹੀ ਜੀਵ ਨੂੰ ਪੈਦਾ ਕੀਤਾ ਹੈ। ਜਿਉਂ ਹੀ ਜੋਤ ਨਿਕਲ ਗਈ, ਫਿਰ ਕੌਣ ਬੋਲੇਗਾ ਵੀ ਮੈਂ? ਫਿਰ ਸਾਰੇ ਕਹਿਣਗੇ ਇਹ ਮੁਰਦਾ ਹੈ। ਕੋਈ ਨਹੀਂ ਕਹੂਗਾ ਵੀ ਇਹ ਫਲਾਣਾ ਸਿੰਘ ਹੈ ਜਾਂ ਫਲਾਣੀ ਕੌਰ ਹੈ। ਕਹੋਗੇ ਵੀ ਇਹ ਮੁਰਦਾ ਹੈ, ਕਿਉਂਕਿ ਵਿੱਚੋਂ ਜੋਤ ਜੋ ਨਿਕਲ ਗਈ। ਸਰੀਰ ਤਾਂ ਵੈਸਾ ਹੀ ਹੈ, ਅੱਖਾਂ ਵੀ ਉਸੇ ਤਰ੍ਹਾਂ ਨੇ, ਮੂੰਹ ਵੀ ਉਸੇ ਤਰ੍ਹਾਂ ਹੈ, ਕੰਨ ਵੀ ਉਸੇ ਤਰ੍ਹਾਂ। ਕੋਈ ਕਰਕੇ ਦਿਖਾਏ ਸਹੀ ਭਲਾ ਕੁਛ। ਇਹ ਡੀਂਗਾ ਮਾਰਦਾ, ਕਿਸੇ ਨੂੰ ਟਿਕਣ ਨਹੀਂ ਦਿੰਦਾ। ਇੰਨਾ ਹੰਕਾਰ ਵੀ ਕਾਹਦਾ ਹੋਇਆ? ਹੁਣ ਪੁੱਤ ਕੁਝ ਕਰਕੇ ਦਿਖਾ। ਪਿਆ ਨਾ ਲੰਮੇ, ਖੜਾ ਹੋ ਕੇ ਹੀ ਦਿਖਾ।
ਸਾਰੀ ਦੁਨੀਆ ਗਾਹ ਮਾਰੀ, ਬਲੌਂਗੀ ਸਟੇਸ਼ਨ ਦੇ ਚੱਲ ਕੇ ਜਾ ਕੇ ਦਿਖਾ। ਅਜੇ ਤੋਂ 5-7 ਕਿਲੋਮੀਟਰ ਬੰਦਾ ਪੈਰਾਂ ਨਾਲ ਤੁਰ ਕੇ ਨਹੀਂ ਜਾ ਸਕਦਾ। ਉਹਨੂੰ ਫੜ ਫੜ ਕੇ ਲੰਮੇ ਪਾ ਕੇ ਰੱਸੀਆਂ ਨਾਲ ਬੰਨ੍ਹ ਕੇ ਮੋਢਿਆਂ 'ਤੇ ਚੁੱਕ ਕੇ ਗੱਡੀ ਦੇ ਵਿੱਚ ਰੱਖ ਕੇ ਲਿਜਾਣਾ ਪੈਂਦਾ ਹੈ। ਤੇ ਰਾਮ ਨਾਮ ਸਤ ਹੈ। ਉਹ ਅਸੀਂ ਸਤ ਹਾਂ। ਸਾਨੂੰ ਕੌਣ ਹੈ ਜਿਹੜਾ ਝੂਠਾ ਕਰ ਸਕਦਾ? ਪਰ ਜਦ ਜੋਤ ਨਿਕਲ ਗਈ, ਬੰਦਾ ਤਮਾਮ ਹੋ ਗਿਆ, ਉਦੋਂ ਫਿਰ ਆਪਾਂ ਕਹਿੰਦੇ ਹਾਂ ਕਿ ਰਾਮ ਨਾਮ ਸਤ ਹੈ। ਇਹ ਬੰਦਾ ਝੂਠ ਹੈ। ਕਿਤੇ ਨਹੀਂ ਲਿਖਿਆ ਵੀ ਬੰਦਾ ਗੁਰੂ ਹੈ, ਬੰਦਾ ਵਿੱਚ ਬੰਦਾ ਅੰਮ੍ਰਿਤ ਸਾਰੇ ਮਾਫ ਕਰਨਾ। ਬੰਦਿਆਂ ਨੂੰ ਇੰਨਾ ਹੰਕਾਰ ਹੋ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਹੋ ਗਏ। ਅਖੇ ਜੀ ਇਹ ਕੌਣ ਹੈ? ਜੇ ਅਸੀਂ ਨਾ ਹੋਈਏ, ਮੈਂ ਕਈਆਂ ਦੇ ਚੇਲਿਆਂ ਤੋਂ ਸੁਣਿਆ, ਕਈਆਂ ਨੇ ਆਪਣੇ ਮੂੰਹ ਤੋਂ ਵੀ ਆਖਿਆ ਹੈ ਵੀ ਅਸੀਂ ਸੰਤ ਸਾਧੂ ਹੀ ਗੁਰੂ ਗ੍ਰੰਥ ਸਾਹਿਬ ਨੂੰ ਮਨਾਉਂਦੇ ਹਾਂ, ਲੋਕਾਂ ਨੂੰ ਇਕੱਠੇ ਕਰਕੇ ਲਿਆਉਂਦੇ ਹਾਂ। ਜੇ ਅਸੀਂ ਨਾ ਹੋਈਏ ਤੇ ਲੋਕ ਇਕੱਠੇ ਕਿਵੇਂ ਹੋਣ? ਇਹ ਮਨ ਦੇ ਵਿੱਚ ਮਾਣ ਹੈ, ਪਰ ਬਿਲਕੁਲ ਐਸਾ ਨਹੀਂ ਹੈ। ਮੈਂ ਕਈ ਵਾਰ ਇੱਥੇ ਕਥਾ ਕਰਦਾ ਵਿਚਾਰਦਾ ਹੁੰਦਾ, ਕਥਾ ਕਰਦੀ ਹੁਣ ਮਨ ਦਾ ਕੀ ਪਤਾ, ਕਈ ਵਾਰੀ ਸੋਚ ਆ ਜਾਂਦੀ ਹੈ। ਮੇਰੇ ਸਾਹਮਣੇ ਤਾਂ 2 ਜਾਂ 4 ਪ੍ਰਾਣੀ ਹਾਜ਼ਰੀ ਭਰ ਰਹੇ ਨੇ, ਪਰ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਪਰਲੇ ਪਾਸੇ ਸ਼ਹੀਦਾਂ ਦਾ ਪਵਿੱਤਰ ਸਥਾਨ ਹੈ, ਲੋਕ ਉੱਧਰ ਨੂੰ ਮੂੰਹ ਕਰਕੇ ਬੈਠੇ ਹੋਣਗੇ। ਕਥਾ ਦਾ ਪਤਾ ਹੀ ਨਹੀਂ ਵੀ ਹੋ ਰਹੀ ਹੈ। ਅਗਲੇ ਆਉਂਦੇ ਮੱਥਾ ਟੇਕਣ, ਨਿਤਨੇਮ ਕਰਦੇ ਅਤੇ ਅਰਦਾਸ ਕਰਦੇ ਗਾਂਹ ਜਾਂਦੇ। ਕਥਾ ਦਾ ਪਤਾ ਹੀ ਨਹੀਂ ਵੀ ਕੀ ਹੋ ਰਿਹਾ ਕੀ ਨਹੀਂ। ਸਾਡੇ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਹੈ, ਕਿਉਂਕਿ ਅਸੀਂ ਕੌਣ ਹਾਂ ਜੀ? ਆਪਾਂ ਬਾਣੀ ਪੜ੍ਹ ਕੇ ਸੁਣਾਉਂਦੇ ਹਾਂ, ਸੰਗਤਾਂ ਦੇ ਕੰਨੀ ਪੈਂਦੀ ਹੈ ਤਾਂ ਮਨ 'ਚ ਪ੍ਰੇਮ ਪੈਦਾ ਹੁੰਦਾ ਹੈ। ਪ੍ਰੇਮ ਦਾ ਬਾਣੀ ਦਾ ਹੀ ਹੈ, ਬੰਦੇ ਦਾ ਥੋੜ੍ਹੋ ਹੈ। ਗੁਰਬਾਣੀ ਸੁਣਤ ਮੇਰਾ ਮਨ ਭੀਨਾ, ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਕਰ ਆਵੇ ਗੋ। ਇਨਸਾਨ ਨੂੰ ਭੁਲੇਖਾ ਹੋ ਜਾਂਦਾ ਹੈ। ਜਿਸ ਗੁਰਬਾਣੀ ਨੇ ਪੜ੍ਹਨਾ, ਲਿਖਣਾ, ਉੱਠਣਾ, ਬੈਠਣਾ, ਬੋਲਣਾ ਸਿਖਾਇਆ, ਆਪਾਂ ਸੋਚਦੇ ਹਾਂ ਕਿ ਸ਼ਾਇਦ ਅਸੀਂ ਸੁਣਾਉਂਦੇ ਹਾਂ, ਸਮਝਾਉਂਦੇ ਹਾਂ ਤਾਂ ਹੀ ਸੰਗਤਾਂ ਮੰਨਦੀਆਂ ਨੇ। ਜੇ ਸਾਡੇ ਬਾਬਾ ਜੀ ਨਾ ਹੋਣ ਤਾਂ ਗੁਰੂ ਗ੍ਰੰਥ ਸਾਹਿਬ ਲੋਕਾਂ ਨੇ ਪਹਿਲਾਂ ਅਲਮਾਰੀਆਂ 'ਚ ਰੱਖੇ ਹੁੰਦੇ ਸੀ। ਇਹ ਮੈਂ ਸੁਣਿਆ ਹੈ। ਸਾਡੇ ਬਾਬਾ ਜੀ ਨੇ ਅਲਮਾਰੀਆਂ 'ਚੋਂ ਕਢਾ ਕੇ ਗੁਰੂ ਜੀ ਦਾ ਸਤਿਕਾਰ ਕਰਵਾਇਆ। ਬੰਦਾ ਪੁੱਛੇ ਵੀ ਬਾਬਾ ਜੀ ਬਣਿਆ ਕਿਵੇਂ? ਬਾਣੀ ਪੜ੍ਹ ਕੇ ਹੀ ਤਾਂ ਬਣਿਆ ਹੈ। ਅਤੇ ਜੇ ਕਿਸੇ ਨੂੰ ਪਿਆਰ ਨਾਲ ਬੇਨਤੀ ਕਰ ਦਿੱਤੀ, ਉਹਨੇ ਸਾਡੀ ਗੱਲ ਮੰਨ ਲਈ, ਅਤੇ ਥੋੜ੍ਹਾ ਵੀ ਆਪਾਂ ਗੁਰੂ ਦੇ ਬਰਾਬਰ ਹੋ ਗਏ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਤੋ ਇਸ ਲਈ ਜਿਸ ਵਾਹਿਗੁਰੂ ਦੀ ਜੋਤ ਦਾ ਸਦਕਾ ਤੂੰ ਸਾਰੇ ਰੰਗ ਆਨੰਦ ਮਾਣਦਾ ਹੈ। ਹਬ ਰੰਗ ਮਾਣੈ ਜੇ ਸੰਗ, ਤੈਸਿਓ ਲਾਈਐ ਨੇਹੋ। ਤੈਨੂੰ ਚਾਹੀਦਾ ਕਿ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰੇਮ ਲਾ। ਪਾਵਨ ਸ੍ਰੀ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ। ਗੁਰ ਅੰਗਦ ਗੁਰ ਅੰਗ ਤੇ ਗੰਗੋ ਜਾਣ ਤੁਰੰਗੀ ਉਠਾਇਆ। ਜਿਵੇਂ ਪਾਣੀ ਦੇ ਸੰਬੰਧ ਕਰਕੇ ਲਹਿਰਾਂ ਉੱਠਦੀਆਂ ਨੇ, ਵਾਹਿਗੁਰੂ ਹਵਾ ਦੇ ਸੰਬੰਧ ਕਰਕੇ ਪਾਣੀ ਵਿੱਚੋਂ ਲਹਿਰ ਉੱਠਦੀ ਹੈ। ਹਵਾ ਖਤਮ ਹੋ ਜਾਏ ਅਤੇ ਉਹ ਲਹਿਰ ਪਾਣੀ ਵਿੱਚ ਇੱਕਮਿਕ ਹੋ ਜਾਂਦੀ ਹੈ। ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਸਮੁੰਦਰ ਦੇ ਵਿੱਚੋਂ ਲਹਿਰ ਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਗਟ ਹੋਏ। ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ ਕੇ ਆਖਿਆ, ਪੁਰਖਾ ਤੂੰ ਆਪਣੀ ਭੂਆ ਦੇ ਪਿੰਡ ਚਲਿਆ ਜਾ, ਖਡੂਰ ਵਿਖੇ ਬੈਠ, ਖਡੂਰੇ ਜੋਤ ਜਗਾਈ, ਉੱਥੇ ਜੋਤ ਜਗਾ ਨਾਮ ਦੀ। ਪਿੱਛੋਂ ਮਹਾਰਾਜ ਜੋਤੀ ਜੋਤ ਸਮਾ ਗਏ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਇੰਨੇ ਵੈਰਾਗ ਦੇ ਵਿੱਚ ਆਏ ਕਿ ਉਹ 6 ਮਹੀਨੇ ਕਿਸੇ ਦੇ ਮੱਥੇ ਹੀ ਨਹੀਂ ਲੱਗੇ।
ਕੋਈ ਚੰਗਾ ਹੀ ਨਹੀਂ ਲੱਗਾ। ਬੋਲਣ ਨੂੰ ਹੀ ਦਿਲ ਨਹੀਂ ਕੀਤਾ, ਚੁੱਪਚਾਪ ਕੋਠੇ ਦੇ ਵਿੱਚ ਅੰਦਰ ਵੜ ਕੇ ਬੈਠ ਗਏ। ਮਾਈ ਭਰਾਈ ਨੂੰ ਕਹਿ ਦਿੱਤਾ, ਭੂਆ ਜੀ ਦਰਵਾਜ਼ਾ ਬੰਦ ਕਰਕੇ ਉੱਪਰ ਮਿੱਟੀ ਦਾ ਪੋਚਾ ਲੇਪ ਲਾ ਦਿਓ, ਕਿਸੇ ਨੂੰ ਦੱਸਣਾ ਨਹੀਂ ਕਿ ਅਸੀਂ ਅੰਦਰ ਬੈਠੇ ਹੋਏ ਹਾਂ। ਇਹ ਤਾਂ ਬਾਬੇ ਬੁੱਢੇ ਦੇ ਬਾਰੇ ਜਾਈਏ ਜਿਨ੍ਹਾਂ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ। ਆਖਿਆ ਮਹਾਰਾਜ ਆਪਣੇ ਪਾਵਨ ਮੁਖਾਰਬਿੰਦ ਤੋਂ ਉਪਦੇਸ਼ ਬਖਸ਼ੋ ਜੀ। ਤਾਂ ਸਭ ਤੋਂ ਪਹਿਲੀ ਪੰਕਤੀ ਗੁਰੂ ਸਾਹਿਬ ਨੇ ਕਿਹੜੀ ਉਚਾਰੀ ਭਲਾ, ਜੋ ਮੇਰੇ ਪ੍ਰਕਰਨ ਦੀ ਆਧਾਰਤ ਹੈ। ਹਬ ਰੰਗ ਮਾਣੈ ਜਿਸ ਸੰਗ, ਜਿਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਰਹਿ ਕੇ ਉਹਨਾਂ ਦੇ ਚਰਨਾਂ ਦਾ ਆਨੰਦ ਮਾਣਿਆ, ਉਹਨਾਂ ਦੇ ਚਰਨਾਂ ਦੀ ਮੌਜ ਮਾਣੀ, ਤੈਸਿਓ ਲਾਈਐ ਨੇਹੋ। ਉਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਪ੍ਰੇਮ ਲਾਉਣਾ ਚਾਹੀਦਾ। ਗੁਰੂ ਨੂੰ ਕਦੀ ਵੀ ਨਾ ਭੁੱਲੋ। ਜੇ ਗੁਰੂ ਨੇ ਗੁਰੂ ਬਣਾ ਵੀ ਦਿੱਤਾ ਫਿਰ ਵੀ ਮਹਾਰਾਜ ਨੂੰ ਯਾਦ ਤਾਂ ਕਰੋ। ਸਤਿਗੁਰੂ ਅੰਗਦ ਦੇਵ ਜੀ ਇੰਨੇ ਪ੍ਰੇਮੀ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ। ਸੋਚਿਆ ਮਨ ਮਰਨਾ ਚੰਗਾ ਨਹੀਂ, ਗੁਰੂ ਸਾਹਿਬ ਨਾਰਾਜ਼ ਹੋ ਜਾਣਗੇ, ਪਰ ਆਪਾਂ ਕਿਸੇ ਦੇ ਮੱਥੇ ਨਹੀਂ ਲੱਗਣਾ। ਕੋਠੇ 'ਚ ਵੜ ਕੇ ਬੈਠ ਕੇ ਬਾਬੇ ਬੁੱਢੇ ਨੇ ਬੇਨਤੀ ਕੀਤੀ ਵੀ ਇੰਜ ਨਹੀਂ ਕਰੀਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੁਕਮ ਵੀ ਤੁਹਾਨੂੰ ਮੰਨਣਾ ਚਾਹੀਦਾ। ਉਹਨਾਂ ਦਾ ਹੁਕਮ ਹੈ ਕਿ ਸੰਗਤਾਂ ਨੂੰ ਤਾਰਨਾ ਹੈ, ਆਪ ਉਪਦੇਸ਼ ਬਖਸ਼ੋ। ਤਾਂ ਸਭ ਤੋਂ ਪਹਿਲਾ ਉਪਦੇਸ਼ ਕੀ ਦਿੱਤਾ? ਮਹੱਲਾ ਦੂਜਾ, ਜਿਸ ਪਿਆਰੇ ਸਿਓ ਨੇ ਹੋ। ਇਹ ਸ਼ਲੋਕ ਸਾਨੂੰ ਕਵਿਤਾ ਅਤੇ ਵਾਰਤਕ ਕਿਤਾਬ 10ਵੀਂ ਮੈਟ੍ਰਿਕ ਦੇ ਸਿਲੇਬਸ 'ਚ ਸੀਗਾ, ਉਦੋਂ ਦਾ ਮੈਨੂੰ ਯਾਦ ਹੈ ਅਰਥਾਂ ਸਮੇਤ। ਜਿਸ ਪਿਆਰੇ ਸਿਓ ਨੇ ਹੋ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਜਿਸ ਪਿਆਰੇ ਪਰਮੇਸ਼ਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਪ੍ਰੇਮ ਹੋਵੇ, ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਸਾਨੂੰ ਮਰ ਜਾਣਾ ਚਾਹੀਦਾ ਸੀ, ਕਿਉਂਕਿ ਪ੍ਰੇਮੀ ਦੇ ਵਿਛੋੜੇ ਦੇ ਵਿੱਚ ਰੋਜ਼ ਝੁਰ ਕੇ ਮਰਨ ਦੀ ਬਜਾਏ ਇੱਕ ਦਿਨ ਮਰਨਾ ਹੀ ਚੰਗਾ ਸੀਗਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਔਰ ਨਾ ਜੀਵੈ ਕੋਏ। ਇਹ ਪਿਆਰ ਦੀ ਖੇਡ ਹੈ। ਇੰਜ ਪਾਤਸ਼ਾਹ ਫਰਮਾਉਂਦੇ ਨੇ, ਹਬ ਰੰਗ ਮਾਣ ਹੈ ਜਿਸ ਸੰਗ, ਵਾਹਿਗੁਰੂ ਦੀ ਚੇਤਨ ਸੱਤਾ ਰੂਪ ਜੋਤ ਨਾਲ ਹੋਣ ਕਰਕੇ ਤੂੰ ਸਾਰੇ ਰੰਗ ਆਨੰਦਾਂ ਨੂੰ ਭੋਗਦਾ ਹੈ। ਤੈਸਿਓ ਲਾਈਐ ਨੇਹੋ, ਤੁਹਾਨੂੰ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਲਾਉਣਾ ਚਾਹੀਦਾ ਹੈ। ਸੋ ਸਹੁ ਬਿੰਦ ਨਾ ਵਿਸਰਾਓ, ਇਹ ਜੀਵ ਉਸ ਗਿਆਤ ਪੂਰਵਕ ਹਰੀ ਪਰਮੇਸ਼ਰ ਨੂੰ ਰਤਾ ਪਰ ਵੀ ਥੋੜ੍ਹੇ ਚਿਰ ਵੀ ਨਾ ਤੂੰ ਭੁਲਾਉਣਾ ਕਰ। ਕਹਿੰਦੇ ਨੇ ਜਿਸ ਵਿਸਰੈ ਇੱਕ ਨਿਮਖ ਨਾ ਸਰੈ, ਤਿਸ ਸਿਉ ਆਲਸ ਕਿਉਂ ਮਨ ਬਣੈ। ਤਿਸ ਸਿਉ ਆਲਸ ਕਿਉਂ ਮਨ ਬਣੈ, ਜਿਸ ਵਿਸਰੈ ਇੱਕ ਨਿਮਖ ਨਾ ਸਰੈ। ਸੋ ਜਿਸ ਵਾਹਿਗੁਰੂ ਦੇ ਭੁਲਾਉਣ ਤੋਂ ਇੱਕ ਨਿਮਕ ਮਾਤਰ ਵੀ ਨਹੀਂ ਸਰਦਾ, ਅਤੇ ਤੂੰ ਕਿਉਂ ਉਸ ਵਾਹਿਗੁਰੂ ਨੂੰ ਭੁਲਾਇਆ ਹੋਇਆ ਹੈ, ਕਿਉਂ ਨਹੀਂ ਉਸ ਨੂੰ ਯਾਦ ਕਰਦਾ। ਇੱਕ ਬਿੰਦ ਮਾਤਰ ਵੀ ਅੱਖ ਦੇ ਝਮੱਕੇ ਜਿੰਨੇ ਸਮੇਂ ਦੇ ਵਿੱਚ ਵੀ ਉਹਦੇ ਨਾਮ ਨੂੰ ਨਾ ਵਿਸਾਰ। ਨਾਨਕ ਜਿਨ ਸੁੰਦਰ ਰਚਿਆ ਦੇਹੋ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜਿਸ ਵਾਹਿਗੁਰੂ ਨੇ ਤੇਰਾ ਸੁੰਦਰ ਸੁਨੋਣਾ ਇਹ ਦੇਹ ਸਰੀਰ ਰਚਿਆ ਸਿਰਜਿਆ ਹੋਇਆ ਹੈ, ਉਸ ਵਾਹਿਗੁਰੂ ਨੂੰ ਹਮੇਸ਼ਾ ਹੀ ਯਾਦ ਰੱਖ। ਪੌੜੀ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਹਨ। ਜੀਉ ਪ੍ਰਾਨ ਤਨ ਧਨ ਦੀਆ, ਜੀਵ ਜਿਸ ਵਾਹਿਗੁਰੂ ਨੇ ਜੀਓ ਜ਼ਿੰਦਗੀ ਜਾਂ ਸੂਖਮ ਸਰੀਰ ਅਤੇ ਪ੍ਰਾਣ ਅਤੇ ਤਨ ਸਥੂਲ ਸਰੀਰ ਅਤੇ ਸੰਸਾਰ ਕਾਰਜਾਂ ਦੀ ਵਰਤਨ ਨੂੰ ਧਨ ਦਿੱਤਾ ਹੋਇਆ ਹੈ। ਉਹ ਵੀ ਟਾਈਮ ਸੀਗਾ ਜਦ ਰੁਪਈਆ ਵੀ ਬੋਝੀ 'ਚ ਨਹੀਂ ਸੀ ਹੁੰਦਾ, ਅਤੇ ਹੁਣ ਜਿੰਨੀਆਂ ਵੀ ਬੋਝੀਆਂ ਸਾਰੀਆਂ ਭਰੀਆਂ ਹੋਈਆਂ ਨੇ, ਕਈਆਂ ਬੈਂਕਾਂ 'ਚ ਖਾਤੇ ਖੁੱਲ੍ਹੇ ਹੋਏ ਹਨ। ਇਹ ਵਾਹਿਗੁਰੂ ਦੀ ਕਿਰਪਾ ਨਾਲ ਹੀ ਸਭ ਕੁਛ ਪ੍ਰਾਪਤ ਹੋਇਆ ਹੈ।
ਤੇ ਫਿਰ ਤੂੰ ਉਸ ਦੇ ਨਾਮ ਨੂੰ, ਉਹਦੇ ਪਰਉਪਕਾਰਾਂ ਨੂੰ ਯਾਦ ਕਿਉਂ ਨਹੀਂ ਰੱਖਦਾ ਹੈ? ਹੈਰਾਨੀ ਹੈ। ਜਿਹਨੇ ਵਰਤਣ ਵਾਸਤੇ ਧਨ ਵੀ ਦਿੱਤਾ ਹੈ, ਇਹ ਪ੍ਰਾਣ ਵੀ ਦਿੱਤੇ ਨੇ, ਸਰੀਰ ਵੀ ਦਿੱਤਾ ਹੈ, ਉਹਨੂੰ ਯਾਦ ਕਿਉਂ ਨਹੀਂ ਕਰਦਾ ਬਈ? ਧਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨਿਕੀ ਖਟਾਨੀ। ਜੀਅ ਕੀ ਇਕ ਹੀ ਪੈਮਾਨੀ, ਅਵਰ ਜਤਨ ਕਰ ਰਹਿਬੋ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ। ਸੋ ਇਸ ਪੌੜੀ ਦੇ ਵਿੱਚ ਸ਼ਲੋਕ ਤੇ ਮਹੱਲੇ ਦੇ ਸਮਝ ਲਓ ਅਰਥ ਕਰਦੇ ਹਾਂ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈਐ। ਤੈਨੂੰ ਚਾਹੀਦਾ ਜਿਸ ਤਰ੍ਹਾਂ ਸ਼ਹੀਦਾਂ ਦੀ ਕੌਮ ਨੇ ਸਭ ਕੁਝ ਵਾਹਿਗੁਰੂ ਜੀ ਦੇ ਚਰਨਾਂ 'ਚ, ਗੁਰਾਂ ਦੇ ਚਰਨਾਂ 'ਚ ਭੇਟਾ ਰੱਖ ਦਿੱਤਾ। ਪੈਸੇ ਵੀ ਕੀ ਸਾਂਭ ਕੇ ਰੱਖਣੇ ਸੀ, ਆਪਾਂ ਰੁਪਈਆ ਵੀ ਵੇਖ ਕੇ ਖਰਚਦੇ ਹਾਂ। ਗੋਲਕ ਦੇ ਵਿੱਚ ਵੇਖ ਕੇ ਨੋਟ ਪਾਉਂਦੇ ਆ ਕਿ ਵੱਡਾ ਨੋਟ ਨਾ ਬਹਿ ਜਾਏ। ਅਤੇ ਵੇਖੋ ਮਾਇਆ ਤਾਂ ਕੀ ਸਾਂਭਣੀ ਸੀ। ਸ਼ਹੀਦਾਂ ਦੀ ਕੌਮ ਨੇ ਰੱਬ ਦਾ ਦਿੱਤਾ ਸਰੀਰ ਵੀ ਉਹਦੇ ਚਰਨਾਂ 'ਚ ਭੇਟਾ ਰੱਖ ਕੇ ਮੱਥਾ ਟੇਕ ਦਿੱਤਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਦੀਆਂ ਲੱਗੀਆਂ ਕਾਣ ਕਨੋੜ ਦਿੱਤਾ ਵੀ ਮਨ ਦੇ ਵਿੱਚ ਹੰਕਾਰ ਨਹੀਂ ਕੀਤਾ ਕਿ ਅਸੀਂ ਕੁਝ ਦੇ ਰਹੇ ਹਾਂ, ਅਸੀਂ ਕੌਣ ਹਾਂ ਦੇਣ ਵਾਲੇ? ਰੱਬ ਦਾ ਦਿੱਤਾ ਹੀ ਉਹਦੇ ਚਰਨਾਂ 'ਚ ਰੱਖ ਰਹੇ ਹਾਂ। ਦੀਨੇ ਰਸ ਭੋਗ, ਪ੍ਰਾਣ ਦਿੱਤੇ, ਤਨ ਦਿੱਤਾ, ਧਨ ਦਿੱਤਾ, ਅਤੇ ਖਾਣ ਵਾਸਤੇ ਰਸਦਾਇਕ ਭੋਜਨ ਅਤੇ ਭੋਗਣ ਵਾਸਤੇ ਅਨੇਕਾਂ ਹੀ ਪਦਾਰਥ ਬਖਸ਼ਿਸ਼ ਕੀਤੇ। ਬਾਲ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਖ ਸੈਨ, ਮੁਖੀਆ ਪਿਆਓ ਬੈੜ ਕੋ ਦੈਨ। ਇਹੋ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲੇਹੋ ਤੋ ਨਾਨਕ ਸੀਝੈ। ਗ੍ਰਹਿ ਮੰਦਰ ਰਥ ਅਸ ਦੀਏ, ਸਾਡੇ ਕੱਚੇ ਘਰ ਉੱਪਰ ਇੱਕ ਸ਼ਤੀਰ ਹੁੰਦਾ ਸੀਗਾ, ਅਤੇ ਉਹ ਲੱਕੜਾਂ ਦੇ ਫੱਟੇ ਜਿਹੇ ਪਾਏ ਹੁੰਦੇ ਸੀ, ਵਿੱਚੋਂ ਮਿੱਟੀ ਘਿਰਨੀ, ਕੀੜੀਆਂ ਡਿੱਗਣੀਆਂ, ਰੱਸੀਆਂ ਬੰਨ੍ਹ ਕੇ ਆਟਾ ਟੰਗਿਆ ਹੋਣਾ, ਦੁੱਧ ਟੰਗਿਆ ਹੋਣਾ। ਅਤੇ ਭੌਂ ਵੀ ਕੱਚੀ ਸੀ, ਮੀਂਹ ਪੈਣਾ ਅਤੇ ਸਾਰੇ ਵਿਹੜੇ 'ਚ ਮਰ ਚੱਕੜ ਹੋ ਜਾਣਾ, ਇੱਟਾਂ ਰੱਖ ਕੇ, ਅਤੇ ਚੁੱਲ੍ਹੇ ਤੱਕ ਪਹੁੰਚਣਾ, ਚੁੱਲ੍ਹੇ ਤੋਂ ਨਲਕੇ ਤੱਕ ਪਾਣੀ ਲੈ ਕੇ ਆਉਣਾ। ਇਸ ਤਰ੍ਹਾਂ ਦੀ ਹਾਲਤ ਹੁੰਦੀ ਸੀਗੀ। ਉਹ ਕੱਚੇ ਘਰਾਂ ਤੋਂ ਫਿਰ ਮਹਾਰਾਜ ਨੇ ਗਾਡਰ ਪਾ ਦਿੱਤਾ ਬਾਲਿਆਂ ਵਾਲਾ, ਅਤੇ ਟੈਲਾਂ ਰੰਗ ਰੰਗ ਕੇ ਸੋਹਣੀਆਂ ਸਜਾ ਕੇ, ਫੁੱਲ ਬੂਟੇ ਪਾ ਕੇ, ਥੱਲੇ ਫਰਸ਼ ਲਾਤਾ ਇੱਟਾਂ ਦਾ, ਉੱਪਰ ਵੀ ਪੱਕਾ ਕਰ ਦਿੱਤਾ, ਥੱਲੇ ਵੀ ਪੱਕੇ ਮਕਾਨ ਦੇ ਦਿੱਤੇ ਮਹਾਰਾਜ ਨੇ। ਪੱਕਿਆਂ ਮਕਾਨਾਂ ਤੋਂ ਬਾਅਦ ਹੁਣ ਵੇਖੋ ਬੜੀਆਂ ਸੋਹਣੀਆਂ ਸੋਹਣੀਆਂ ਕੋਠੀਆਂ ਬਣਾ ਦਿੱਤੀਆਂ। ਜੇ ਕਿਸੇ ਆਪਣਾ ਵੀ ਨਹੀਂ ਬਣਾਉਣਾ ਹੋਵੇ ਤਾਂ ਗੌਰਮੈਂਟ ਕਹਿੰਦੀ ਵੀ ਨਕਸ਼ੇ 'ਚ ਬਣਾਓ, ਸੋਹਣਾ ਬੜਾ ਸੁੰਦਰ ਕੋਠੀ ਟਾਈਪ ਬਣਾਓ ਭਾਈ। ਜੇ ਜਗ੍ਹਾ ਤੁਹਾਡੀ ਹੈ ਤਾਂ ਉਹਨੂੰ ਤਰੀਕੇ ਦੇ ਨਾਲ, ਕਿਸੇ ਨੂੰ ਲੰਘਣ ਵਾਲੇ ਨੂੰ, ਰਾਹ ਖਹਿੜੇ ਵਾਲੇ ਨੂੰ ਕੋਈ ਮੁਸ਼ਕਿਲ ਨਾ ਆਵੇ। ਅਗਲੇ ਪਾਸਿਓਂ ਵੀ ਅਤੇ ਪਿਛਲੇ ਪਾਸਿਓਂ ਵੀ ਥੋੜ੍ਹੀ ਥੋੜ੍ਹੀ ਸਪੇਸ ਛੱਡੋ। ਉਹ ਕੋਠੀਆਂ ਬਣਾ ਦਿੱਤੀਆਂ, ਸੋਹਣੇ ਮਹੱਲ ਬਣਾ ਦਿੱਤੇ, 2 ਹੱਸ ਨੇ, ਚੌ ਹੱਸ ਨੇ। ਪਹਿਲਾਂ ਸਰਪੰਚਾਂ ਦਾ ਚਬਾਰਾ ਹੁੰਦਾ ਸੀਗਾ ਜਾਂ ਨੰਬਰਦਾਰ ਦਾ, ਕੋਠਿਓ ਕੋਠੀ 10 ਕੋਠੇ ਟੱਪ ਕੇ ਅਤੇ ਰਾਤ ਨੂੰ ਉੱਥੇ ਚਬਾਰੇ 'ਚ ਲਾਈਟ ਜਗਦੀ ਹੋਣੀ, ਉੱਥੇ ਜਾ ਕੇ ਪੜ੍ਹਨ ਬਹਿਣਾ। ਦਿਨੇ ਵੀ ਹਵਾਦਾਰ, ਅਤੇ ਉੱਥੇ ਬਹਿ ਕੇ ਪੜ੍ਹਨਾ।
ਤੇ ਹੁਣ ਦੇ ਮਹਾਰਾਜ ਨੇ ਉਹ ਚੁਬਾਰਿਆਂ ਦੀ ਬਜਾਏ ਮੰਜ਼ਲਾਂ ਹੀ ਮੰਜ਼ਲਾਂ, ਕੋਈ ਅੰਤ ਹੀ ਨਹੀਂ ਹੈ। ਇਹ ਵਾਹਿਗੁਰੂ ਅਕਾਲ ਪੁਰਖ ਦੀ ਦੇਣ ਹੈ। ਵੇਖੋ, ਵੇਖਦਿਆਂ ਕਿੰਨਾ ਕੁਛ ਉਹਨੇ ਸਾਨੂੰ ਬਖਸ਼ਿਆ ਹੈ। ਬੰਦਾ ਫਿਰ ਵੀ ਨਹੀਂ ਉਹਦੇ ਪਰਉਪਕਾਰ ਨੂੰ ਯਾਦ ਕਰਦਾ। ਕਦੀ ਇਹ ਨਹੀਂ ਵੀ ਸ਼ਰਮੋ ਕਸ਼ਰਮੀ ਚਲੋ ਇੱਕ ਅੱਧੀ ਮਾਲਾ ਹੀ ਕੋਈ ਮੂਲ ਮੰਤਰ ਦੀ ਜਾਂ ਕੋਈ ਗੁਰ ਮੰਤਰ ਦੀ ਫੇਰ ਕੇ ਮਹਾਰਾਜ ਦਾ ਧੰਨਵਾਦ ਕਰਦੇ, ਉਹਦਾ ਸ਼ੁਕਰ ਕਰਦੇ। ਇਹ ਰੱਬ ਸੱਚਿਆ ਤੇਰਾ ਸ਼ੁਕਰਾਨਾ। ਤੋ ਅਸੀਂ ਕਿਰਤਕਾਂ ਨੂੰ ਉਸ ਦਾ ਸ਼ੁਕਰਾਨਾ ਨਹੀਂ ਕਰ ਸਕਦੇ ਹਾਂ। ਪਹਿਲਾਂ ਸੀਗੇ ਘੋੜਿਆਂ ਵਾਲੇ ਰਥ, ਅਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਹਣੀਆਂ ਗੱਡੀਆਂ ਮੋਟਰਾਂ, ਸਾਈਕਲ ਲੈਣਾ ਵੀ ਪਹਿਲਾਂ ਔਖਾ ਹੋਇਆ ਪਿਆ ਸੀਗਾ, ਅਤੇ ਹੁਣ ਵੇਖੋ ਇਹ ਸੋਹਣੇ ਸਵਾਰੀ ਦੇ ਸਾਧਨ ਪੈਦਾ ਕਰ ਦਿੱਤੇ। ਤੋ ਇਉਂ ਪੁਰਾਣਾ ਟਾਈਮ ਰਥ ਅਤੇ ਘੋੜੇ ਦਿੱਤੇ। ਆਸ ਦੀ ਰਚ ਭਲੇ ਸੰਜੋਗ, ਚੰਗੇ ਸੰਬੰਧੀਆਂ ਦੇ ਨਾਲ ਸੰਬੰਧ ਬਣਾ ਦਿੱਤਾ, ਰਚ ਦਿੱਤਾ। ਪੜ੍ਹਿਆ ਲਿਖਿਆ ਪਰਿਵਾਰ ਦਿੱਤਾ ਹੈ। ਕਦੀ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਕਿ ਆਪਾਂ ਵੀ ਪਰਿਵਾਰ ਵਾਲੇ ਹੋਵਾਂਗੇ। ਅਤੇ ਵਾਹਿਗੁਰੂ ਅਕਾਲ ਪੁਰਖ ਵੱਲੋਂ ਗੋਡ ਗਿਫਟ ਹੈ। ਪਤਾ ਨਹੀਂ ਕਿੱਥੋਂ ਕਿੱਥੋਂ ਜੀਵ ਆਏ ਹੋਏ ਨੇ, ਕਿੱਥੋਂ ਮਹਾਰਾਜ ਨੇ ਸੰਸਾਰ 'ਚ ਭੇਜੇ, ਕਿੰਨਾ ਕਿੰਨਾ ਘਰਾਂ ਦੇ ਵਿੱਚ ਉਹ ਜੰਮੇ ਪਲੇ, ਅਤੇ ਕਿੱਥੋਂ ਤੁਰੇ ਅਤੇ ਕਿੱਥੇ ਆਏ। ਤੋ ਜਿੰਨੀਆਂ ਰੂਹਾਂ ਨੇ ਪਤਾ ਨਹੀਂ ਕਿਹੜੀ ਕਿਹੜੀਆਂ ਜੂਨਾਂ 'ਚੋਂ ਆਈਆਂ ਹੋਈਆਂ। ਇਹ ਵਾਹਿਗੁਰੂ ਅਕਾਲ ਪੁਰਖ ਨੇ ਸਾਡੇ ਸੁੱਖ ਸਹੂਲਤਾਂ ਵਾਸਤੇ, ਕਿ ਸਾਡਾ ਮਨ ਲੱਗਾ ਰਹੇ, ਮਨ ਪਰਚਾਵੇ ਵਾਸਤੇ, ਇੱਕ ਦੂਜੇ ਦੀ ਮਦਦ ਵਾਸਤੇ ਪਰਿਵਾਰ ਦੇ ਮੈਂਬਰ ਸਾਨੂੰ ਮਿਲਾ ਦਿੱਤੇ। ਇਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੀ ਦੇਣ। ਸੋ ਉਸ ਦਾ ਪਰਉਪਕਾਰ ਜਾਣਨਾ ਕਰੋ। ਹੈ ਸਭ ਕੁਛ ਉਹੀ ਕਰਾ ਰਿਹਾ। ਆਪ ਸਾਹਮਣੇ ਹੋ ਕੇ ਪਾਣੀ ਪਿਆਉਣੋਂ ਰਿਹਾ, ਪਰਿਵਾਰ ਨੂੰ ਭੇਜ ਦਿੱਤਾ ਵੀ ਇਹਨੂੰ ਪਾਣੀ ਪੁੱਛ। ਆਪ ਸਾਹਮਣੇ ਹੋ ਕੇ ਰੋਟੀ ਪਕਾ ਕੇ ਦੇਣ ਤੋਂ ਤਾਂ ਰਿਹਾ, ਪਰਿਵਾਰ ਨੂੰ ਭੇਜ ਦਿੱਤਾ ਵੀ ਇਹਨੂੰ ਰੋਟੀ ਬਣਾ ਕੇ ਦੇ, ਇਹਨੂੰ ਪੁੱਛ। ਆਪ ਸਾਹਮਣੇ ਹੋ ਕੇ ਕੱਪੜੇ ਧੋ ਕੇ ਪ੍ਰੈਸ ਕਰਨੋਂ ਰਿਹਾ, ਪਰਿਵਾਰ ਨੂੰ ਕਹਿ ਦਿੱਤਾ ਵੀ ਇਹਦਾ ਕੰਮ ਕਰ। ਹੈ ਰੱਬ ਹੀ ਕਰ ਰਿਹਾ ਸਾਰਾ ਕੁਛ। ਝੂਠ ਜਿੰਨਾ ਮਰਜ਼ੀ ਆਪਾਂ ਬੋਲੀ ਜਾਈਏ ਕਿ ਫਲਾਣਾ ਮੇਰੀ ਮਦਦ ਕਰ ਰਿਹਾ, ਉਹ ਕਰ ਰਿਹਾ, ਆਹ ਕਰ ਰਿਹਾ। ਹੈ ਪਰਮਾਤਮਾ ਹੈ, ਪਰ ਉਹ ਆਪ ਸਾਹਮਣੇ ਨਹੀਂ ਆਉਂਦਾ, ਕਿਸੇ ਨੂੰ ਭੇਜ ਦਿੰਦਾ। ਤੋ ਇੱਕ ਦੂਜੇ ਦੀ ਮਦਦ ਵਾਸਤੇ ਮਹਾਰਾਜ ਨੇ ਇਹ ਸਾਰਾ ਕੁਛ ਬਣਾਇਆ ਹੋਇਆ ਹੈ। ਗ੍ਰਹਿ ਕੱਚੇ ਘਰ, ਮੰਦਰ ਪੱਕੇ ਮਕਾਨ, ਰਥ ਘੋੜਿਆਂ ਵਾਲੇ ਅਤੇ ਆਸ ਕੱਲਾ ਘੋੜਾ। ਅੱਜ ਕੱਲ੍ਹ ਹੋਰ ਸਵਾਰੀਆਂ ਦੇ ਸਾਧਨ, ਰਚ ਭਲੇ ਸੰਜੋਗ, ਸੰਬੰਧੀਆਂ ਦੇ ਨਾਲ ਚੰਗਾ ਸੰਯੋਗ ਸੰਬੰਧ ਰਚ ਦਿੱਤਾ, ਬਣਾ ਦਿੱਤਾ ਹੈ। ਸੁਤ ਬਨਤਾ ਸਾਨ ਸੇਵਕ ਦੀਏ, ਸੁਪੁੱਤਰ ਦਿੱਤਾ ਹੈ, ਬਣਤਾ ਇਸਤਰੀ ਦਿੱਤੀ ਹੈ, ਸੱਜਣ ਮਿੱਤਰ ਦੋਸਤ ਦਿੱਤੇ ਨੇ, ਜਿਨ੍ਹਾਂ ਦੇ ਨਾਲ ਮਿਲ ਕੇ ਆਪਾਂ ਘੜੀ ਆਪਣਾ ਟਾਈਮ ਪਾਸ ਕਰਦੇ ਹਾਂ। ਸੇਵਕ ਦਿੱਤੇ ਨੇ, ਟਹਿਲੂਏ ਸੇਵਾ ਕਰਨ ਵਾਸਤੇ, ਜਿਹੜੇ ਅੱਗੇ ਪਿੱਛੇ ਤੁਰੇ ਫਿਰਦੇ ਹਨ। ਪ੍ਰਭ ਦੇਵਨ ਜੋਗ, ਦਾਤਾ ਦੇਣ ਦੇ ਲਾਇਕ ਪਰਮੇਸ਼ਰ ਨੇ ਹੀ ਪੁਰਖਾ। ਨੌਕਰ ਚਾਕਰ, ਧੀਆਂ ਪੁੱਤਰ, ਇਸਤਰੀ, ਧਨ ਦੌਲਤ, ਸਭ ਕੁਛ ਤੈਨੂੰ ਬਖਸ਼ਿਸ਼ ਕੀਤਾ ਹੋਇਆ ਹੈ। ਹਰ ਸਿਮਰਤ ਤਨ ਮਨ ਹਰਿਆ, ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਉਸ ਹਰੀ ਪਰਮੇਸ਼ਰ ਦਾ ਸਿਮਰਨ ਕਰਿਆ ਕਰ। 24 ਘੰਟਿਆਂ ਦਾ 10ਵਾਂ ਹਿੱਸਾ 2.5 ਘੰਟੇ ਤਾਂ ਚੌਂਕੜਾ ਪੱਕਾ ਹੀ ਮਾਰਨਾ ਚਾਹੀਦਾ। ਚਲੋ ਕੰਟੀਨਿਊ ਨਹੀਂ, 1.25 ਘੰਟਾ ਸਵੇਰੇ ਅਤੇ 1.25 ਘੰਟਾ ਸ਼ਾਮ, ਇੰਨਾ ਟਾਈਮ ਤਾਂ ਕੱਢਣਾ ਚਾਹੀਦਾ। ਉਹਦਾ ਸਿਮਰਨ ਕਰਿਆ ਕਰ, ਤਾਂ ਕੀ ਹੋਵੇਗਾ, ਤੇਰਾ ਤਨ ਅਤੇ ਮਨ ਖਿੜਿਆ ਹਰਿਆ ਬਾਗ, ਹਰਿਆ ਭਰਿਆ ਹੋ ਜਾਏਗਾ। ਕਈ ਵਾਰ ਆਪਾਂ ਸੋਚਦੇ ਹਾਂ ਕਿ ਆਪਾਂ ਤਾਂ ਪੜ੍ਹਦੇ ਹਾਂ ਜੀ, ਕਿਉਂਕਿ ਖੁਦ ਮੈਂ ਆਪ ਪੜ੍ਹਿਆ। ਬੱਚੇ ਸਾਰੀ ਦਿਹਾੜੀ ਪੜ੍ਹਦੇ ਥੋੜ੍ਹਾ ਰਹਿੰਦੇ ਨੇ, ਸਾਨੂੰ ਮਾੜਾ ਜਿਹਾ ਬਹਾਨਾ ਚਾਹੀਦਾ। ਉਹ ਸਿੰਘਾਂ ਦਾ ਟਾਈਮ ਸੀਗਾ,
ਫੈਡਰੇਸ਼ਨ ਬਣੀ ਹੋਣੀ, ਉਹ ਕੰਮ ਕਿਤੇ ਹੋਰ ਹੋਇਆ ਹੋਣਾ ਤੇ ਚਲੋ ਜੀ ਸਟ੍ਰਾਈਕ ਕਰੋ, ਬੇੜਾ ਆਪਣਾ ਗਰਕ ਕਰ ਲੈਣਾ। ਨਾ ਪੜ੍ਹੇ ਨਾ ਪੇਪਰ ਦਿੱਤੇ, ਕੰਪਾਰਟਮੈਂਟਾਂ ਢੇਰਾਂ ਦੇ ਢੇਰ ਇਕੱਠੇ ਹੋ ਗਏ। ਤੋ ਕਿਤੇ ਕੁਛ ਹੋਰ ਹੀ ਕਿਤੇ ਹੋਇਆ ਹੋਣਾ ਤੇ ਆਪਣੀ ਪੜ੍ਹਾਈ ਖਰਾਬ ਕਰ ਬਹਿਣੇ। ਤੇ ਕਰਨਾ ਕੀ? ਜੇ ਕਹਿਣਾ ਹਰਿਮੰਦਰ ਸਾਹਿਬ, ਕਹਿੰਦੇ ਨਹੀਂ ਸਿਨੇਮੇ 'ਚ ਚੱਲੋ। ਜੇ ਕਹਿਣਾ ਵੀ ਸਾਡੇ ਕੋਲ ਪੈਸੇ ਨਹੀਂ, ਲਓ ਟਿਕਟ ਅਸੀਂ ਖਰਚਦੇ ਹਾਂ। ਇਸ ਤਰ੍ਹਾਂ ਹੀ ਕਰਦੇ ਨੇ ਮੁੰਡੇ ਕੁੜੀਆਂ, ਪੜ੍ਹਦੇ ਥੋੜ੍ਹੋ ਨੇ। ਉਹ ਲੈਕਚਰਾਂ ਨੇ ਲੈਕਚਰ ਦੇਈ ਜਾਣਾ, ਮਗਰ ਬੈਠੇ ਗੱਲਾਂ ਮਾਰਦੇ ਰਹਿਣਾ, ਨਾ ਉਹਨਾਂ ਪੁੱਛਣਾ ਨਾ ਉਹਨਾਂ ਵੇਖਣਾ। ਕਾਲਜਾਂ ਦੀ ਇਹੋ ਜਿਹੀ ਪੜ੍ਹਾਈ ਆ। ਟਾਈਮ ਹੋਣਾ 4 ਵਜੇ ਤੱਕ ਅਤੇ ਭੱਜ ਹੋਣਾ 2-2:30 ਵਜੇ ਪਹਿਲਾਂ ਹੀ। 15 ਦਿਨ ਕਾਲਜ ਅਤੇ 15 ਦਿਨ ਮੌਜ ਮਸਤੀ, ਅੱਧਾ ਟਾਈਮ ਪੜ੍ਹਾਈ ਅਤੇ ਅੱਧਾ ਟਾਈਮ ਮੌਜ ਮਸਤੀ। ਘਰਦਿਆਂ ਦੇ ਭਾਣੇ ਨਿਆਣੇ ਪੜ੍ਹਨ ਗਏ ਨੇ, ਲਿਆ ਪਾਪਾ ਪੈਸੇ ਦੇ। ਉਹਦਾ ਮਤਲਬ ਹੈ ਵੀ ਇਹ ਪੜ੍ਹਾਈ ਕਰੂਗਾ, ਕਰਨੀ ਮੌਜ ਮਸਤੀ। ਤੋ ਜਿੰਨਾ ਟਾਈਮ ਅਸੀਂ ਪੜ੍ਹਾਈ ਦੇ ਨਾਮ 'ਤੇ ਖਰਾਬ ਕਰਦੇ ਹਾਂ, ਪੜ੍ਹ ਕੇ ਕੀ ਬਣਿਆ? ਕੱਖ ਵੀ ਨਹੀਂ। 16 ਤੇ 18 ਸਾਲ ਖੂਹ 'ਚ ਪਾ ਦਿੱਤੇ। ਜੇ ਉਹਨਾਂ ਟਾਈਮ ਬਾਣੀ ਪੜ੍ਹੀ ਹੁੰਦੀ, ਭਜਨ ਕੀਤਾ ਹੁੰਦਾ ਤੇ ਹੁਣ ਨੂੰ ਬ੍ਰਹਮ ਗਿਆਨੀ ਬਣੇ ਹੋਣਾ ਸੀਗਾ, ਪਰ ਨਹੀਂ। ਡਿਗਰੀਆਂ ਬਾਰੀ ਵਿੱਚ ਪਈਆਂ ਹੋਈਆਂ ਨੇ, ਸਰਟੀਫਿਕੇਟਾਂ ਦੀ ਹੁਕਤੀ ਕੋਈ ਨਹੀਂ ਹੈ, ਨਾ ਕੋਈ ਪੁੱਛਦਾ। ਅਗਲੇ ਕਹਿੰਦੇ ਵੀ ਤੁਹਾਨੂੰ ਮੁਬਾਰਕ ਹੈ ਭਾਈ, ਡਿਗਰੀਆਂ ਡਿਪਲੋਮੇ ਤੁਹਾਨੂੰ ਮੁਬਾਰਕ, ਪਰ ਅਸੀਂ ਹੁਣ ਕੀ ਕਰੀਏ? ਕੁਛ ਨਹੀਂ ਹੈ ਸਾਡੇ ਪਾਸ। ਇਸ ਵਾਸਤੇ ਜੋ ਵੀ ਕੁਛ ਹੈ, ਭਾਵੇਂ ਆਪਾਂ ਮੰਨਦੇ ਹਾਂ ਵੀ ਆਪਾਂ ਬਿਜ਼ੀ ਹਾਂ, ਪਰ ਉਹ ਸਮੇਂ ਦੀ ਬਰਬਾਦੀ ਹੈ। ਜੇ ਕੋਈ ਕੰਮ ਕਾਰ ਕਰਦਾ ਹੈ, ਕਿਤੇ ਜਾ ਕੇ ਵੇਖ ਲਓ, ਸਰਕਾਰੀ ਬਾਰੀ ਦੇ ਅੱਗੇ ਲਾਈਨ ਲੱਗੀ ਹੋਊਗੀ। ਪਹਿਲੀ ਗੱਲ ਹੈ ਵੀ ਕੰਪਿਊਟਰ ਚੁੱਕਣਗੇ ਨਹੀਂ ਕੁਛ, ਜੋ ਵੀ ਡਾਟਾ ਡੂਟਾ। ਅਗੇ ਜੀ ਸਿਸਟਮ ਫੇਲ ਹੋ ਗਿਆ, ਸਭ ਤੋਂ ਵੱਡਾ ਬਹਾਨਾ ਅੱਜ ਕੱਲ੍ਹ ਦਾ। ਅਗਲਾ ਪਤਾ ਨਹੀਂ 7 ਮੀਲਾਂ ਤੋਂ ਚੱਲ ਗਿਆ, ਗਰਮੀ ਦਾ ਮਾਰਿਆ, ਲਾਈਨ 'ਚ ਖੜ੍ਹੇ ਰਹੋ। ਜਦੋਂ ਸਿਸਟਮ ਚੱਲਣਾ, ਹੁਣ ਤਾਂ ਬ੍ਰੇਕ ਆ ਗਈ ਜੀ। ਉਹ ਵਿਚਾਰੇ ਬਜ਼ੁਰਗ ਖੜ੍ਹੇ ਖੜੋਤੇ ਘਬਰਾ ਜਾਂਦੇ, ਹੁਣ ਤਾਂ ਚਾਹ ਦਾ ਟਾਈਮ ਹੋ ਗਿਆ ਜੀ, 20 ਮਿੰਟ ਦੀ ਬ੍ਰੇਕ ਲਓ, ਫਿਰ ਲੰਚ ਆ ਗਿਆ ਜੀ, ਫਿਰ ਹੁਣ ਤਾਂ ਛੁੱਟੀ ਦਾ ਟਾਈਮ ਹੋ ਗਿਆ ਜੀ। ਅੱਜ ਸੈਚਰਡੇ ਹੈ ਜੀ, ਅੱਜ ਸੰਡੇ ਹੈ ਜੀ, ਅੱਜ ਈਦ ਹੈ ਜੀ, ਅੱਜ ਫਲਾਣਾ ਜੀ ਢੀਂਗੜਾ ਜੀ। ਕੰਮ ਕੌਣ ਕਰਦਾ ਦੱਸੋ? ਲੋਕ ਹੱਥਾਂ 'ਚ ਕਾਗਜ਼ ਲੈ ਕੇ ਤੁਰੇ ਫਿਰਦੇ ਨੇ, ਟਾਈਮ ਖਰਾਬ ਕਰਦੇ। ਵੇਖਣ ਵਾਲੇ ਨੂੰ ਕੀ ਹੈ, ਲਾਈਨ ਲੱਗੀ ਰਹੇ, ਕੋਈ ਕੰਮ ਨਹੀਂ ਕਰਦਾ। ਰੱਬ ਆਸਰੇ ਸਭ ਕੁਝ ਚੱਲੀ ਜਾ ਰਿਹਾ, ਹੁੰਦਾ ਸਾਰਾ ਕੁਛ ਹੈ, ਪਰ ਹੁੰਦਾ ਪਰਮਾਤਮਾ ਦੇ ਆਸਰੇ। ਜੇ ਬੰਦਾ ਹੰਕਾਰ ਕਰੇ ਵੀ ਮੈਂ ਬੜਾ ਬਿਜ਼ੀ ਹਾਂ, ਇਸ ਵਾਸਤੇ ਜੇ ਸੱਚਮੁੱਚ ਹੀ ਆਪਾਂ ਇਮਾਨਦਾਰੀ ਨਾਲ ਕੰਮ ਕਰਾਂਗੇ ਤਾਂ ਵੀ ਸਾਡੇ ਕੋਲ ਬੜਾ ਟਾਈਮ ਹੈ। 24 ਘੰਟਿਆਂ ਦੇ ਵਿੱਚੋਂ ਜੇ 8 ਘੰਟੇ ਡਿਊਟੀ ਕੀਤੀ ਤਾਂ ਬਾਕੀ ਦੇ ਦੱਸੋ 16 ਘੰਟੇ ਕੀ ਕੀਤਾ? ਕੋਈ ਪੁੱਛਣ ਵਾਲਾ ਨਹੀਂ ਨਾ ਹੈ। ਜੇ ਮਹਾਰਾਜ ਪੁੱਛ ਲਏ ਕਿ ਤੁਹਾਨੂੰ ਮਨੁੱਖਾ ਜਨਮ ਦਿੱਤਾ, ਚਲੋ ਤੁਸੀਂ 8 ਘੰਟੇ ਪਰਵਿਸ਼ ਵਾਸਤੇ ਪਰਿਵਾਰ ਦੇ ਗੁਜ਼ਾਰੇ ਲਈ ਕੰਮ ਕੀਤਾ, ਦਿਹਾੜੀ ਟੱਪਾ, ਅਤੇ 16 ਘੰਟੇ ਦੱਸੋ ਕਿੱਥੇ ਰਹੇ? ਇਹਦਾ ਜਵਾਬ ਦਿਓ। ਪਰ ਇਸ ਤੋਂ ਬਾਅਦ ਜੇ ਸਮਝ ਲਓ ਤੁਸੀਂ ਪੜ੍ਹਦੇ ਹੋ ਅਤੇ ਪੜ੍ਹਾਈ ਵੀ 4-5 ਘੰਟੇ ਹੋ ਗਈ, ਬਹੁਤ। ਇਹ ਤੋਂ ਬਾਅਦ ਕੀ ਕੀਤਾ? ਫਿਰ ਵੀ ਜੇ ਆਪਾਂ ਬਿਜ਼ੀ ਹਾਂ ਤਾਂ ਆਪਾਂ ਸਪੇਸਾਂ ਕਵਰ ਕਰ ਸਕਦੇ ਹਾਂ, ਆਉਂਦਿਆਂ ਜਾਂਦਿਆਂ। ਜਦੋਂ ਵੀ ਮਹਾਰਾਜ ਟਾਈਮ ਬਖਸ਼ੇ ਕਿਤੇ ਵੀ। ਇੱਕ ਡਾਕਟਰ ਸ਼ਿਵ ਸਿੰਘ ਨੇ, ਮੈਂ ਬੜੇ ਚਿਰ ਦਾ ਉਹਨਾਂ ਨੂੰ ਜਾਣਦਾ, 20-25 ਸਾਲ ਪੁਰਾਣਾ ਉਹਨਾਂ ਨਾਲ ਜਾਣਕਾਰੀ, ਗੁਰਦਾਸਪੁਰ ਦੇ ਵਿੱਚ। ਉਹ ਬਕਾਇਦਾ ਡਿਸਪੈਂਸਰੀ 'ਚ ਉਹਨਾਂ ਦੀ ਡਿਊਟੀ ਹੈ ਅਤੇ ਉਹ ਡਿਸਪੈਂਸਰੀ 'ਚ ਹੀ ਦੀਵਾਨ ਲਾ ਕੇ ਬਹਿ ਜਾਂਦੇ। ਕੰਮ ਚੱਲਦਾ, ਜਿਹਨੇ ਦਵਾਈ ਲੈਣੀ ਉਹਨਾਂ ਨੂੰ ਦਵਾਈ ਮਿਲ ਰਹੀ ਹੈ, ਆਪਣੀ ਡਿਊਟੀ ਵੀ ਕਰ ਰਹੇ ਨੇ, ਅਤੇ ਉੱਥੇ ਹੀ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦੇਣਾ। ਜਾਂ ਦਿਨੇ ਡਿਊਟੀ ਕਰਨੀ ਅਤੇ ਰਾਤ ਨੂੰ ਕੋਈ ਨਾ ਕੋਈ ਪ੍ਰੋਗਰਾਮ, ਕਥਾ ਕੀਰਤਨ ਦਾ ਬਹੁਤ ਸੁੰਦਰ ਪ੍ਰਚਾਰ ਕਰਦੇ ਨੇ। ਹੁਣ ਮੈਂ ਮੋਬਾਇਲ 'ਤੇ ਉਹਨਾਂ ਦੇ ਦਰਸ਼ਨ ਕੀਤੇ, ਮੇਰਾ ਮਨ ਬੜਾ ਪ੍ਰਸੰਨ ਹੋਇਆ। ਅਤੇ ਇਸ ਵਾਸਤੇ ਜੇ ਅਸੀਂ ਸਮਾਂ ਕੱਢਾਂਗੇ ਤਾਂ ਸਮਾਂ ਨਿਕਲ ਜਾਏਗਾ।
ਹੋਰਨਾਂ ਕੰਮਾਂ ਲਈ ਕੱਢਦੇ ਹਾਂ, ਨਹਾਉਣ ਲਈ, ਧੋਣ ਲਈ, ਰਿਸ਼ਤੇਦਾਰੀ ਲਈ, ਅਤੇ ਇੱਧਰ ਉੱਧਰ ਜਾਣ ਲਈ ਹੋਰ ਵੀ ਆਪਾਂ ਸਮਾਂ ਕੱਢਦੇ ਹਾਂ, ਕਿਉਂ ਸਪੇਸਾਂ ਕਵਰ ਕਰੀਏ। ਮਹਾਰਾਜ ਨੇ ਆਖਿਆ ਮਾਨਸ ਜਨਮ ਕਾ ਇਹੀ ਲਾਹੋ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਜਿਨਨੇ ਸੁੱਤ ਬਣਦਾ, ਪੁੱਤਰ ਦਿੱਤਾ, ਇਸਤਰੀ ਦਿੱਤੀ, ਸੱਜਣ ਸੇਵਕ ਦਿੱਤੇ, ਅਤੇ ਉਹ ਦੇਣ ਵਾਲੇ ਪਰਮਾਤਮਾ ਨੇ ਕੋਈ ਚੀਜ਼ ਨਹੀਂ ਛੱਡੀ ਜਿਹਦੇ ਤੋਂ ਤੈਨੂੰ ਅਧੂਰਾ ਰੱਖਿਆ ਹੋਵੇ, ਅਤੇ ਜਿਸ ਦੇ ਸਿਮਰਨ ਕਰਨ ਦੇ ਨਾਲ ਤਨ ਅਤੇ ਮਨ ਹਰਿਆ ਹੋ ਜਾਂਦਾ, ਤੂੰ ਕਿਉਂ ਉਸ ਦਾ ਭਜਨ ਨਹੀਂ ਕਰਦਾ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਨ ਕੈ ਲਾਗੂ ਪਾਏ। ਲਹਿ ਜਾਹੇ ਵਿਜੋਗ, ਵਾਹਿਗੁਰੂ ਦਾ ਭਜਨ ਕਰਨ ਤੋਂ, ਉਹਦਾ ਸਿਮਰਨ ਕਰਨ ਤੋਂ ਜਨਮਾਂ ਜਨਮਾਤਰਾਂ ਦੇ ਰੱਬ ਨਾਲ ਪਏ ਹੋਏ ਵਿਛੋੜੇ ਤੇਰੇ ਲੈ ਜਾਣਗੇ, ਅਤੇ ਵਿਛੋੜੇ ਦਾ ਦੁੱਖ, ਮਰਨ ਦਾ ਦੁੱਖ, ਇਹ ਸਾਰਾ ਦੂਰ ਹੋ ਜਾਏਗਾ। ਕਿਰਤ ਕਰਮ ਕੇ ਵਿਛੜੇ, ਪਾਪ ਕਰਮਾਂ ਕਰਕੇ, ਕੀਤੇ ਕਰਮਾਂ ਕਰਕੇ ਵਿਛੜੇ ਹੋਏ ਹਾਂ, ਕਰ ਕਿਰਪਾ ਮਿਲੋ ਰਾਮ, ਕਿਰਪਾ ਕਰਕੇ ਰਾਮ ਤਾਂ ਮਿਲੇਗਾ ਜੇ ਅਸੀਂ ਉਸ ਦੇ ਆਖੇ ਲਾ ਕੇ ਭਜਨ ਸਿਮਰਨ ਕਰਾਂਗੇ। ਸਾਧ ਸੰਗ ਹਰ ਗੁਣ ਰਮਹੁ, ਸ੍ਰੇਸ਼ਟ ਗੁਰਾਂ ਦੀ ਸੰਗਤ, ਸਤ ਸੰਗਤ ਵਿੱਚ ਮਿਲ ਕੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਰਮੋ ਉਚਾਰਨਾ ਕਰੋ ਭਾਈ। ਬਿਨ ਸੇ ਸਭ ਰੋਗ, ਜਿਹੜੇ ਤੁਹਾਡੀ ਆਦਿ ਵਿਆਧੀ ਉਪਾਧੀ, ਇਹ ਤਿੰਨ ਰੋਗ ਨੇ। ਆਦਿ ਮਾਨਸਿਕ ਰੋਗ, ਕਈਆਂ ਨੂੰ ਡਿਪਰੈਸ਼ਨ ਦੇ ਕਈ ਮਰੀਜ਼ ਹੁੰਦੇ ਨੇ, ਡਿਪਰੈਸ਼ਨ ਦੀ ਬਿਮਾਰੀ ਹੁੰਦੀ ਹੈ, ਸੋਚ ਸੋਚ ਕੇ ਦਿਮਾਗ ਪੱਥਰ ਹੋ ਜਾਂਦਾ। ਆਪਾਂ ਤਾਂ ਕਦੀ ਲਈ ਹੋਈ ਨਹੀਂ ਟੈਨਸ਼ਨ, ਸਾਨੂੰ ਪਤਾ ਹੀ ਨਹੀਂ ਵੀ ਇਹਦੀ ਡੈਫੀਨੇਸ਼ਨ ਕੀ ਹੈ। ਜੇ ਕਹੇ ਵੀ ਡਿਪਰੈਸ਼ਨ ਹੈ, ਉਹਦੇ 'ਤੇ ਹੱਸੀ ਦਾ, ਮਹਾਰਾਜ ਮਾਫ ਕਰਨ, ਹੰਕਾਰ ਵਾਲੀ ਕੋਈ ਗੱਲ ਨਹੀਂ, ਅਤੇ ਖਾਧੀਆਂ ਪੀਤੀਆਂ ਸਿਰ ਦੇ ਉੱਪਰੋਂ ਦੀ ਲੰਘਾ ਦੇਈਦੀ ਹੈ। ਕੋਈ ਗੱਲ ਕਰੇ ਵੀ ਥੁੱਕ ਕੇ ਪਰੇ ਹੋ ਜਾਈਦਾ, ਮਾਫ ਕਰਨਾ। ਦਰੀ ਥੱਲੇ ਦੱਬ ਕੇ, ਮਿੱਟੀ ਪੁੱਟ ਕੇ, ਟੋਆ ਪੁੱਟ ਕੇ ਗਾਂਹ ਲੰਘ ਜਾਈਦਾ। ਅਤੇ ਇਸ ਵਾਸਤੇ ਜੇ ਤੁਸੀਂ ਚਿੰਤਾ ਕਰੀ ਜਾਓਗੇ, ਸੋਚੀ ਜਾਓਗੇ, ਤਾਂ ਦੁਨੀਆ ਤਾਂ ਢੇਰਾਂ ਦੇ ਢੇਰ ਚਿੰਤਾ ਦੇਣ ਨੂੰ ਖੜੀ ਹੈ ਤਿਆਰ, ਭਾਵੇਂ ਪਰਿਵਾਰ ਹੈ ਅਤੇ ਭਾਵੇਂ ਰਿਸ਼ਤੇਦਾਰ ਨੇ ਅਤੇ ਭਾਵੇਂ ਜੋ ਮਰਜ਼ੀ ਹੈ। ਕਿਉਂ ਡਿਪਰੈਸ਼ਨ ਦੇ ਮਰੀਜ਼ ਨਹੀਂ ਹੋਣਾ ਚਾਹੀਦਾ। ਗੁਰਦੁਆਰਾ ਮਹਾਰਾਜ ਨੇ ਕਾਹਦੇ ਲਈ ਬਣਾਇਆ? ਢੋਲ ਆਓ ਅਤੇ ਅੱਖਾਂ ਬੰਦ ਕਰੋ, ਅਤੇ ਜੋ ਕੁਛ ਹੋ ਰਿਹਾ ਕਰਨਾ ਕੱਖ ਨਹੀਂ। ਜਹਾਜ਼ ਦੇ ਵਿੱਚ ਬਸ ਬਹੀਦਾ ਹੀ ਹੈ, ਉਹਨੇ ਆਪੇ ਡਾੜ ਹੋ ਕੇ ਲੈ ਜਾਣਾ ਜਿੱਥੇ ਤੁਸੀਂ ਜਾਣਾ। ਅਤੇ ਇਸ ਵਾਸਤੇ ਇਹ ਵਾਹਿਗੁਰੂ ਦੇ ਨਾਮ ਦਾ ਜਹਾਜ਼ ਹੈ। ਇੱਥੇ ਮਿਹਨਤ ਨਹੀਂ ਹੈ। ਮਿਹਨਤ ਗੁਰੂ ਨਾਨਕ ਸਾਹਿਬ ਕਰ ਗਿਆ, ਆਹ ਸ਼ਹੀਦਾਂ ਵਾਲੇ ਬਾਬੇ ਕਰ ਗਏ। ਆਪਾਂ ਤਾਂ ਉਹਨਾਂ ਦੀ ਮਿਹਨਤ ਨੂੰ ਖਾ ਰਹੇ ਹਾਂ, ਖਾਧੀ ਵੀ ਨਹੀਂ ਜਾਂਦੀ। ਇੰਨੀਆਂ ਬਰਕਤਾਂ ਨੇ, ਬਸ ਬੈਠ ਕੇ ਸੁਣਨਾ ਹੈ ਜੋ ਕੁਛ ਹੋ ਰਿਹਾ। ਮਹਾਰਾਜ ਨੇ ਆਖਿਆ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਡਿਪਰੈਸ਼ਨ ਦੇ ਮਰੀਜ਼ ਨਾ ਬਣੋ, ਗੁਰੂ ਘਰ ਨੂੰ ਅਟੈਂਡ ਕਰੋ। ਮਹਾਰਾਜ ਦੀ ਬਾਣੀ ਦਾ ਨਿਤਨੇਮ, ਭਜਨ ਬੰਦਗੀ, ਕਥਾ ਕੀਰਤਨ, ਇਹ ਇਸ ਰੋਗ ਤੋਂ ਮੁਕਤੀ ਦਿਲਾਉਣ ਵਾਲੀ ਹੈ। ਵਿਆਧੀ ਨਾਮ ਹੈ, ਸਰੀਰ ਦੀਆਂ ਬਿਮਾਰੀਆਂ। ਸਰੋਵਰ ਕਾਹਦੇ ਲਈ ਮਹਾਰਾਜ ਨੇ ਬਣਾਇਆ ਹੈ? ਨਹੀਂ ਪਾਠ ਕੀਤਾ ਜਾਂਦਾ ਜਾਂ ਸੁਣਿਆ ਜਾਂਦਾ, ਅਤੇ ਮਹਾਰਾਜ ਦੇ ਸਰੋਵਰ 'ਚ ਇਸ਼ਨਾਨ ਕਰੋ। ਬਿਮਾਰੀ ਕੋਈ ਰਹਿ ਹੋਈ ਗਈ ਨਹੀਂ। ਮਹਾਰਾਜ ਨੇ ਪੱਕਾ ਲਿਖ ਕੇ ਦਿੱਤਾ ਹੋਇਆ ਅਫੀਡੈਵਿਟ ਵੀ ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ, ਇੱਕੋ ਹੀ ਗੱਲ ਧਾਰਨ ਕਰ ਲਓ, ਭਾਵੇਂ ਕੁਛ ਵੀ ਨਾ ਕਰੋ। ਇੱਕੋ ਹੀ ਗੱਲ ਵੀ ਅੰਮ੍ਰਿਤ ਵੇਲੇ ਉੱਠੋ ਸੂਰਜ ਚੜ੍ਹਨ ਤੋਂ ਪਹਿਲਾਂ, ਅਤੇ ਇਸ਼ਨਾਨ ਕਰੋ ਠੰਡੇ ਪਾਣੀ ਨਾਲ। ਜੋ ਮਰਜ਼ੀ ਹੋ ਜਾਏ, ਬੰਦਾ ਮਰਤ ਨਹੀਂ ਚੱਲਿਆ। ਗਰਮ ਪਾਣੀ ਨਾਲ ਕਦੀ ਵੀ ਨਾ ਨਹਾਓ, ਠੰਡੇ ਪਾਣੀ ਨਾਲ ਕਰ ਇਸ਼ਨਾਨ। ਉਹਦੇ ਤੋਂ ਬਾਅਦ ਸਿਮਰ ਪ੍ਰਭੇ ਆਪਣਾ, ਆਪਣੇ ਪ੍ਰਭੂ ਦਾ ਸਿਮਰਨ ਕਰੋ। ਮਨ ਤਨ ਭਏ ਅਰੋਗਾ, ਤੁਹਾਡਾ ਮਨ ਵੀ ਔਰ ਤਨ ਵੀ ਰੋਗ ਮੁਕਤ ਹੋ ਜਾਏਗਾ, ਤੰਦਰੁਸਤ ਹੋ ਜਾਓਗੇ, ਕੋਈ ਵੀ ਬਿਮਾਰੀ ਨਹੀਂ ਰਹੇਗੀ। ਜੇ ਆਉਂਦੀ ਹੈ
ਤਾਂ ਖੰਘ ਜ਼ੁਕਾਮ ਮਾੜਾ ਮੋਟਾ ਆਪਣੀ ਗੋਲੀ ਲੈ ਕੇ ਸੌਂ ਜਾਓ, ਚੜ੍ਹਦੀ ਕਲਾ। ਅਤੇ ਇਸ ਵਾਸਤੇ ਉਪਾਧੀ ਜਿਹੜਾ ਰੋਗ ਹੈ, ਲੜਾਈ ਝਗੜਾ ਕਲੇ ਕਲੇਸ਼, ਹਰ ਵਕਤ ਝਗੜਦੇ ਰਹਿਣਾ, ਇਹ ਤਿੰਨੇ ਰੋਗਾਂ ਨੂੰ ਖਤਮ ਕਰਨ ਵਾਲਾ ਹੰਕਾਰ ਅਗਿਆਨ ਆਦਿਕ ਦੇ ਰੋਗ ਤੁਹਾਡੇ ਸਾਰੇ ਨਾਸ਼ ਹੋ ਜਾਣਗੇ। ਕਿਸ ਤਰੀਕੇ ਨਾਲ? ਸਾਧ ਸੰਗ ਹਰ ਗੁਣ ਰਮਹੁ। ਸਾਧ ਸੰਗ ਸ੍ਰੇਸ਼ਟ ਗੁਰਾਂ ਦੀ ਸੰਗਤ ਜਾਂ ਸੰਤਾਂ ਦੀ ਸੰਗਤ ਦੇ ਵਿੱਚ ਬੈਠ ਕੇ ਹਰੀ ਦੇ ਗੁਣਾਂ ਨੂੰ ਉਚਾਰੋ ਭਾਈ। ਬਿਨਸੇ ਸਭ ਰੋਗ। ਰੋਗ ਤੁਹਾਡੇ ਨਾਸ਼ ਹੋ ਜਾਣਗੇ। ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਸਾਨੂੰ ਇੱਥੇ ਪੰਜੋਖਰਾ ਸਾਹਿਬ ਲੈ ਕੇ ਆਉਂਦੇ, ਕਹਿਣਾ ਇਸ਼ਨਾਨ ਕਰੋ ਭਾਈ ਸਰੋਵਰ 'ਚ, ਡੇਲੀ ਕਰਿਆ ਕਰੋ। ਕਹਿਣਾ ਸਤ ਬਚਨ ਜੀ, ਕਹਿਣਾ ਕਥਾ ਕਰੋ। ਸਾਰਿਆਂ ਨੂੰ ਬੁਲਾ ਕੇ ਕਹਿੰਦੇ ਜਿੰਨੇ ਗਿਆਨੀ ਇੱਥੇ ਆਓ ਬਈ, ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਕੋਲੋਂ ਤੁਹਾਨੂੰ ਤੰਦਰੁਸਤੀ ਲੈ ਕੇ ਦਈਏ। ਉਹਨਾਂ ਗਲ 'ਚ ਸਰੋਪੇ ਪਾਉਣੇ, ਖੁਸ਼ ਹੋ ਗਏ। ਪੈਸੇ ਪੂਸੇ ਤਾਂ ਮਿਲਦੇ ਨਹੀਂ, ਨਾ ਆਪਾਂ ਲਈਦੇ ਸੀ, ਨਾ ਹੀ ਲੋੜ ਸੀਗੀ। ਉਹਨਾਂ ਦੀ ਖੁਸ਼ੀ ਇੰਨੀ ਮਹਾਨ ਸੀ ਕਿ ਬੰਦਾ ਪ੍ਰਫੁੱਲਤ ਹੋ ਜਾਂਦਾ ਅਤੇ ਬੜੀਆਂ ਬਖਸ਼ਿਸ਼ਾਂ ਸਿੰਘਾਂ ਨੂੰ ਵੰਡਿਆ ਕਰਦੇ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਬਾਬਤ ਆਉਂਦਾ, ਸ੍ਰੀ ਹਰਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ। ਜਿਨ੍ਹਾਂ ਦੇ ਦਰਸ਼ਨ ਕਰਨ ਤੋਂ ਹੀ ਦੁੱਖ ਚਲੇ ਜਾਂਦੇ ਨੇ, ਕਮਾਈਆਂ ਵਾਲਿਆਂ ਦੇ ਤਾਂ ਕੀ ਕਹਿਣੇ ਭਾਈ, ਜਿਹੜੇ ਗੁਣ ਉਚਾਰਦੇ ਨੇ। ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕਰਨ ਹਿਰਦੇ 'ਚ ਨਾਮ ਵਸ ਜਾਏ। ਭੁੱਲ ਚੁੱਕ ਮਾਫ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਹਰ ਸਿਮਰਤ ਤਨ ਮਨ ਹਰਿਆ। ਲਹਿ ਜਾਹੇ ਵਿਜੋਗ। ਸਾਧ ਸੰਗ ਹਰ ਗੁਣ ਰਮਹੁ। ਬਿਨਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਗੁਰਤਨ ਪਰਵਾਰ ਭਰੀਆਂ ਸਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਨਾਨਕ ਆਨੰਦ ਹੋਵੇ ਸਤ